40 ਸਕਿੰਟ ਦੇ ਵਿੱਚ ਇੱਕ ਵਿਅਕਤੀ ਖੁਦਕੁਸ਼ੀ ਕਰਦਾ, ਯਾਨੀ ਕਿ ਕੁੱਲ ਮਿਲਾ ਕੇ ਇੱਕ ਸਾਲ ਦੇ ਵਿੱਚ 8 ਲੱਖ ਵਿਅਕਤੀ ਖੁਦਕੁਸ਼ੀਆਂ ਕਰਦੇ ਨੇ। ਕਾਰਨ ਕੀ ਹੋ ਸਕਦਾ? ਸੁਸਾਈਡ ਦਾ ਕਾਰਨ ਡਿਪਰੈਸ਼ਨ ਹੁੰਦਾ ਹੈ, ਜੋ ਕਿ ਇੱਕ ਮਾਨਸਿਕ ਰੋਗ ਹੈ, ਉਦਾਸੀ ਦਾ ਰੋਗ ਹੈ। ਉਹ ਇੱਕ ਮੈਕਸਿਮਮ ਕੇਸਿਸ ਦੇ ਵਿੱਚ ਸੁਸਾਈਡ ਦਾ ਰੀਜ਼ਨ ਬਣਦਾ ਹੈ। ਕਿੰਨੀ ਕੁ ਉਮਰ ਤੋਂ ਜਿਹੜੀ ਸਭ ਤੋਂ ਜ਼ਿਆਦਾ ਜਿਹੜੀ ਹੁੰਦੀ ਹੈ ਇਹ ਮਾਨਸਿਕ ਪਰੇਸ਼ਾਨੀ ਹੁੰਦੀ ਹੈ ਇਹ ਕਿ ਘੱਟ ਉਮਰ ਦੇ ਵਿੱਚ ਹੁੰਦੀ ਆ ਜਾਂ ਉਸ ਤੋਂ ਵੱਧ 18 ਤੋਂ 20 ਸਾਲ ਦੀ ਉਮਰ? ਕੋਈ ਉਮਰ ਦਾ ਵੀ ਇਹਦੇ ਵਿੱਚ ਹੈਗਾ ਕੋਈ ਅੰਕੜਾ ਕਿ ਇੰਨੀ ਉਮਰ ਦੇ ਬੱਚੇ ਜਾਂ ਕੋਈ ਜਵਾਨ ਕਿ ਜ਼ਿਆਦਾ ਜਿਹੜੀ ਮਾਨਸਿਕ ਪਰੇਸ਼ਾਨੀ ਹੁੰਦੀ ਆ? ਇਹ ਜੇ ਅਸੀਂ ਇਹਨਾਂ ਦੇ ਟਰੈਕ ਦੇਖੀਏ ਤਾਂ ਜਿਹੜੀਆਂ 50% ਆਫ ਮੈਂਟਲ ਹੈਲਥ ਪ੍ਰੋਬਲਮਸ ਨੇ ਉਹ ਬਾਈ ਦ ਏਜ ਆਫ 14 ਇਅਰਸ ਆਣੀਆਂ ਸ਼ੁਰੂ ਹੋ ਜਾਂਦੀਆਂ ਨੇ। ਜਦੋਂ ਬੱਚਾ 14 ਸਾਲ ਚ ਆਉਂਦਾ ਹੈ, ਐਡੋਲੈਸੈਂਸ ਇਅਰਸ ਚ ਆਉਂਦਾ ਹੈ, ਕਿਉਂਕਿ ਉਦੋਂ ਬਹੁਤ ਸਾਰੀਆਂ ਬਾਇਓ ਕੈਮੀਕਲ ਚੇਂਜਸ ਹੋ ਰਹੀਆਂ ਨੇ, ਫਿਜ਼ੀਓਲੋਜੀਕਲ ਚੇਂਜਸ ਹੋ ਰਹੀਆਂ ਬੋਡੀ ਦੇ ਵਿੱਚ, ਸਾਈਕੋਲੋਜੀਕਲ ਇਸ਼ੂਜ਼ ਆ ਰਹੇ ਨੇ, ਸੋਸ਼ਲ ਇਸ਼ੂਜ਼ ਬੜੇ ਸਾਹਮਣੇ ਆਉਂਦੇ ਨੇ। ਡਾਕਟਰ ਸਾਹਿਬ ਕੀ ਲੱਗਦਾ ਕਿ ਜੇ ਸਰਕਾਰਾਂ ਪੈਸੇ ਖਰਚਣ ਇਸ ਐਕਟ ਦੇ ਸਹੀ ਤਰੀਕੇ ਦੇ ਨਾਲ ਇਸ ਦੇ ਵੱਲ ਵਧਣ ਤਾਂ ਕਿ ਖੁਦਕੁਸ਼ੀਆਂ ਜਾਂ ਹੋਰ ਡਿਪਰੈਸ਼ਨ ਇਹ ਪਰੇਸ਼ਾਨੀਆਂ ਘਟ ਸਕਦੀਆਂ? ਹਾਂਜੀ, ਬਹੁਤ ਜ਼ਰੂਰੀ ਹੈ ਕਰਨਾ, ਕਿਉਂਕਿ ਅਵੇਲੇਬਿਲਿਟੀ ਆਫ ਡਾਕਟਰਸ ਇਹਦੇ ਨਾਲ ਆਣਗੇ। ਜੇ ਅਸੀਂ ਪੈਸਾ ਖਰਚਾਂਗੇ, ਅਸੀਂ ਨਵੀਆਂ ਪੋਸਟ ਕ੍ਰੀਏਟ ਕਰਾਂਗੇ, ਅਸੀਂ ਡਾਕਟਰਸ ਨੂੰ ਲਵਾਂਗੇ, ਅਪਾਇੰਟ ਕਰਾਂਗੇ। ਹੁਣ ਜੇ ਇੱਕ ਬੰਦੇ ਨੂੰ ਦੇਖਿਆ ਜਾਏ ਤਾਂ ਜੇ ਉਹਨੇ ਮੈਂਟਲ ਹੈਲਪ ਲੈਣੀ ਆ, ਜੇ ਸਪੋਜ਼ ਉਹਨੂੰ ਕੋਈ ਮਾਨਸਿਕ ਸਿਹਤ ਦੀ ਤਕਲੀਫ ਹੈ, ਤਾਂ ਇੰਡੀਆ ਦੇ ਵਿੱਚ ਸਿਰਫ ਟੋਟਲ 9000 ਸਾਈਕੈਟਰਿਸਟ ਨੇ। ਜੀ ਸਵਾਗਤ ਹੈ D5 ਚੈਨਲ ਪੰਜਾਬੀ ਦੇਖ ਰਹੇ तमाम ਦਰਸ਼ਕਾਂ ਦਾ। ਮੈਂ ਇਮਰਾਨ ਖਾਨ ਲੈ ਕੇ ਹਾਜ਼ਰ ਹਾਂ ਇੱਕ ਵਾਰ ਫਿਰ ਤੋਂ ਪ੍ਰੋਗਰਾਮ ਗੱਲ ਸੱਚੀ ਆ। ਅੱਜ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲ ਕਰਾਂਗੇ ਮਨੋਵਿਗਿਆਨ ਦੀ। ਸਾਡੇ ਨਾਲ ਜੁੜ ਚੁੱਕੇ ਨੇ ਡਾਕਟਰ ਦਮਨਜੀਤ ਕੌਰ ਸੰਧੂ, ਮਨੋਵਿਗਿਆਨਿਕ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਡਾਕਟਰ ਸਾਹਿਬ, ਗੱਲ ਸੱਚੀ ਹੈ ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ। ਥੈਂਕ ਯੂ ਜੀ। ਡਾਕਟਰ ਸਾਹਿਬ, ਗੱਲ ਕਰਦੇ ਹਾਂ ਖੁਦਕੁਸ਼ੀਆਂ ਦੀ। ਇੱਕ WHO ਵੱਲੋਂ ਰਿਪੋਰਟ ਜਾਰੀ ਕੀਤੀ ਗਈ ਸੀ ਕਿ 40 ਸਕਿੰਟ ਦੇ ਵਿੱਚ ਇੱਕ ਵਿਅਕਤੀ ਖੁਦਕੁਸ਼ੀ ਕਰਦਾ, ਯਾਨੀ ਕਿ ਕੁੱਲ ਮਿਲਾ ਕੇ ਇੱਕ ਸਾਲ ਦੇ ਵਿੱਚ 8 ਲੱਖ ਵਿਅਕਤੀ ਖੁਦਕੁਸ਼ੀਆਂ ਕਰਦੇ ਨੇ। ਕਾਰਨ ਕੀ ਹੋ ਸਕਦਾ? ਇਹਦੇ ਵਿੱਚ ਬਹੁਤ ਸਾਰੇ ਕਾਰਨ ਨੇ, ਬਟ ਮੋਸਟ ਆਫ ਦਾ ਕੇਸਿਸ ਦੇ ਵਿੱਚ ਜਿਹੜਾ ਦੇਖਿਆ ਜਾਂਦਾ ਹੈ ਸੁਸਾਈਡ ਦਾ ਕਾਰਨ ਡਿਪਰੈਸ਼ਨ ਹੁੰਦਾ ਹੈ, ਜੋ ਕਿ ਇੱਕ ਮਾਨਸਿਕ ਰੋਗ ਹੈ, ਉਦਾਸੀ ਦਾ ਰੋਗ ਹੈ। ਉਹ ਇੱਕ ਮੈਕਸਿਮਮ ਕੇਸਿਸ ਦੇ ਵਿੱਚ ਸੁਸਾਈਡ ਦਾ ਰੀਜ਼ਨ ਬਣਦਾ ਹੈ। ਬਟ ਜੇ ਅਸੀਂ ਯੰਗਸਟਰਸ ਨੂੰ ਦੇਖਿਆ ਜਾਏ ਤਾਂ ਉਹਨਾਂ ਦੇ ਬਹੁਤ ਜ਼ਿਆਦਾ ਇੰਪਲਸ ਬੇਸਡ ਵੀ ਹੁੰਦੇ ਨੇ। ਇੰਪਲਸ ਮਤਲਬ ਵੀ ਮਨ 'ਚ ਕੋਈ ਗੱਲ ਆ ਗਈ ਤਾਂ ਫਟਾਫਟ ਉਹਨਾਂ ਨੇ ਸੁਸਾਈਡ ਕਰ ਲਿਆ। ਤੇ ਜਦੋਂ ਉਹਨਾਂ ਦੀ ਇੰਟਰਵਿਊਜ਼ ਲਈਆਂ ਐਸੇ ਬੱਚੇ ਜਿਨ੍ਹਾਂ ਨੇ ਅਟੈਂਪਟ ਤਾਂ ਕੀਤਾ ਸੀ ਸੁਸਾਈਡ ਦਾ, ਤੇ ਜਦੋਂ ਬਚੇ ਤਾਂ ਉਹਨਾਂ ਨੇ ਖੁਸ਼ ਸੀਗੇ ਕਿ ਅਸੀਂ ਬਚ ਗਏ, ਕਿਉਂਕਿ ਉਹਨਾਂ ਨੇ ਬਹੁਤ ਹੀ ਇੱਕ ਮਨ 'ਚ ਆ ਗਿਆ, ਕਿਉਂਕਿ ਘਰ 'ਚ ਲੜਾਈ ਹੋ ਗਈ ਜਾਂ ਕੋਈ ਲਾਈਫ 'ਚ ਇਸ ਤਰ੍ਹਾਂ ਦੀ ਪ੍ਰੋਬਲਮ ਹੋ ਗਈ, ਕੋਈ ਐਗਜ਼ਾਮ 'ਚ ਫੇਲ ਹੋ ਗਏ ਜਾਂ ਪੇਰੈਂਟਸ ਨਾਲ ਕੋਈ ਪ੍ਰੋਬਲਮ ਜਾਂ ਕੋਈ ਰਿਲੇਸ਼ਨਸ਼ਿਪ ਵਿੱਚ ਬ੍ਰੇਕਅਪ ਆ ਗਿਆ, ਤੇ ਉਦੋਂ ਇੱਕਦਮ ਹੀ ਉਹਨਾਂ ਦੇ ਮਨ 'ਚ ਖਿਆਲ ਆਇਆ ਕਿ ਅਸੀਂ ਸੁਸਾਈਡ ਕਰਨਾ ਹੈ। ਬਹੁਤ ਹਤਾਸ਼ਾ ਹੋਈ ਹੈ ਉਹਨਾਂ ਨੂੰ ਜਾਂ ਬਹੁਤ ਗੁੱਸਾ ਆਇਆ ਹੈ। ਸੋ ਇਹ ਵੀ ਰੀਜ਼ਨ ਹੋ ਸਕਦੇ ਨੇ। ਡਾਕਟਰ ਸਾਹਿਬ, ਸੋਸ਼ਲ ਮੀਡੀਆ ਦੀ ਆਪਾਂ ਗੱਲ ਕਰਦੇ ਹਾਂ। ਸੋਸ਼ਲ ਮੀਡੀਆ ਦਾ ਕਿੰਨਾ ਕੁ ਅਸਰ ਪੈਂਦਾ ਮਾਨਸਿਕ ਪਰੇਸ਼ਾਨੀ ਦੇ ਉੱਤੇ? ਦੇਖੋ ਜੀ, ਬਹੁਤ ਜ਼ਿਆਦਾ ਅਸਰ ਪੈ ਰਿਹਾ ਇਹਦੇ ਤੇ, ਖਾਸ ਕਰਕੇ ਯੰਗ ਪੋਪੂਲੇਸ਼ਨ ਦਾ, ਕਿਉਂਕਿ ਅਸੀਂ ਇੰਡੀਆ ਦੇ ਕੰਟੈਕਸਟ ਵਿੱਚ ਗੱਲ ਕਰਾਂਗੇ। ਇੰਡੀਆ ਵਿੱਚ ਬਹੁਤ ਜ਼ਿਆਦਾ ਯੰਗ ਪੋਪੂਲੇਸ਼ਨ ਹੈ। ਜੇ ਅਸੀਂ ਡੈਮੋਗ੍ਰਾਫਿਕਸ ਦੀ ਗੱਲ ਕਰੀਏ ਤਾਂ 50% ਜਿਹੜੀ ਪੋਪੂਲੇਸ਼ਨ ਹੈ ਉਹ ਅੰਡਰ ਦ ਏਜ ਆਫ 25 ਹੈ। ਸੋ ਇੰਡੀਆ ਵਿੱਚ ਮੈਕਸਿਮਮ ਜਿਹੜੀ ਯੂਜ਼ੇਜ ਆਫ ਸੋਸ਼ਲ ਮੀਡੀਆ ਯੰਗ ਪੀਪਲ ਦੀ ਆ। ਸੋ ਮੈਕਸਿਮਮ ਜਿਹੜਾ ਇਹਦਾ ਤਾਂ ਅਸਰ ਪੈ ਰਿਹਾ ਉਹ ਵੀ ਯੰਗ ਪੀਪਲ ਤੇ ਪੈ ਰਿਹਾ ਹੈ। ਤੇ ਜਦੋਂ ਬਿਕੋਜ਼ ਮੈਂ ਚਾਈਲਡ ਸਾਈਕੋਲੋਜੀ, ਡਿਵੈਲਪਮੈਂਟਲ ਸਾਈਕੋਲੋਜੀ ਤੇ ਐਡੋਲੈਸੈਂਸ ਤੇ ਸਪੈਸ਼ਲੀ ਕੰਮ ਕੀਤਾ ਹੋਇਆ ਹੈ, ਤੇ ਸਾਡੀਆਂ ਰਿਸਰਚਸ ਵਿੱਚ ਵੀ ਇਹੀ ਸਾਹਮਣੇ ਆਉਂਦਾ ਹੈ ਕਿ ਜਿਹੜੀ ਸੈਲਫ ਐਸਟੀਮ ਹੈ ਬੱਚਿਆਂ ਦੀ ਜਾਂ ਯੰਗ ਪੀਪਲ ਦੀ, ਯੂਥ ਦੀ, ਯੁਵਾ ਪੀੜ੍ਹੀ ਦੀ, ਉਹ ਬਹੁਤ ਜ਼ਿਆਦਾ ਪ੍ਰਭਾਵਿਤ ਹੁੰਦੀ ਹੈ ਸੋਸ਼ਲ ਮੀਡੀਆ ਤੋਂ। ਕਿਉਂਕਿ ਇਸ ਉਮਰ ਦੇ ਵਿੱਚ ਅਜੇ ਬੱਚੇ ਆਪਣੇ ਬਾਰੇ ਸ਼ਿਓਰ ਨਹੀਂ ਹੁੰਦੇ, ਪ੍ਰੋਫੈਸ਼ਨਲੀ ਉਹਨਾਂ ਨੇ ਆਪਣੇ ਆਪ ਨੂੰ ਅਜੇ ਐਸਟੈਬਲਿਸ਼ ਨਹੀਂ ਕੀਤਾ, ਅਜੇ ਉਹਨਾਂ ਦੇ ਮਾਈਂਡ ਦੇ ਹਾਈਜ਼ ਐਂਡ ਲੋਜ਼ ਚੱਲਦੇ ਰਹਿੰਦੇ ਨੇ, ਬਿਕੋਜ਼ ਅਜੇ ਕੌਨਫੀਡੈਂਸ ਨਹੀਂ ਆਇਆ। ਤੇ ਜਦੋਂ ਵੀ ਉਹ ਸੋਸ਼ਲ ਮੀਡੀਆ ਤੇ ਦੇਖਦੇ ਨੇ ਕਿ ਅਸੀਂ ਨਾਰਮਲੀ ਸੋਸ਼ਲ ਮੀਡੀਆ ਤੇ ਉਹੀ ਪਾਉਂਦੇ ਹਾਂ ਜੋ ਬਹੁਤ ਜ਼ਿਆਦਾ ਸਾਨੂੰ ਗਲੋਰੀਫਾਈ ਕਰਦਾ ਹੈ। ਜਦੋਂ ਦੇਖ ਲੈਂਦੇ ਨੇ ਕਿ ਕਿਸੇ ਦੀ ਬੜੀ ਕੂਲ ਲਾਈਫ ਆ, ਕੋਈ ਬਹੁਤ ਸਕਸੈਸਫੁਲ ਹੋ ਰਿਹਾ ਹੈ, ਕੋਈ ਬਹੁਤ ਲਾਈਫ ਇੰਜੋਏ ਕਰ ਰਿਹਾ ਹੈ, ਕੋਈ ਬਹੁਤ ਅੱਛੀਆਂ ਫੋਟੋਗ੍ਰਾਫਸ ਦੇਖ ਲੈਂਦੇ ਨੇ, ਉਹਨਾਂ ਦੇ ਅੰਦਰ ਕੋਈ ਨਾ ਕੋਈ ਹੀਨ ਭਾਵਨਾ ਜਾਂ ਇਨਫੀਰੀਅਰਿਟੀ ਕੰਪਲੈਕਸ ਜਾਂ ਇੱਕ ਸੈਲਫ ਐਸਟੀਮ ਉਹਨਾਂ ਦੀ ਸਫਰ ਕਰਦੀ ਹੈ। ਤੇ ਬਹੁਤ ਜ਼ਿਆਦਾ ਇਹ ਅਪ ਐਂਡ ਡਾਊਨ ਹੁੰਦੀ ਹੈ, ਜਿਸ ਤਰ੍ਹਾਂ ਵੋਲਟੇਜ ਫਲਕਚੁਏਟ ਹੁੰਦੀ ਹੈ, ਉਹਨਾਂ ਦੀ ਸੈਲਫ ਐਸਟੀਮ ਵੀ ਬਹੁਤ ਜ਼ਿਆਦਾ ਇੱਕ ਦੂਸਰੇ ਨੂੰ ਦੇਖ ਕੇ ਇਹ ਪ੍ਰਭਾਵਿਤ ਹੋ ਜਾਂਦੀ ਹੈ।
ਤੇ ਦੂਸਰਾ ਅੱਜ ਕੱਲ ਅਸੀਂ ਦੇਖ ਰਹੇ ਹਾਂ ਕਿ ਇੰਟਰਨੈਟ ਤੇ ਬਹੁਤ ਜ਼ਿਆਦਾ ਸਲੈਂਡਰਿੰਗ ਹੈ ਅਗੇਂਸਟ ਔਮਨ, ਅਗੇਂਸਟ ਪਾਰਟਿਕੂਲਰ ਮਾਈਨੋਰਿਟੀ, ਅਗੇਂਸਟ ਸਮ ਰਿਲੀਜਨਸ, ਤੇ ਇਹਦੇ ਕਰਕੇ ਵੀ ਬਹੁਤ ਸਾਰੀਆਂ ਪ੍ਰੋਬਲਮਸ ਆ ਰਹੀਆਂ ਨੇ, ਵੈਦਰ ਰਿਲੇਟਡ ਟੂ ਸਾਈਬਰ ਬੁਲਿੰਗ। ਸਪੋਜ਼ ਕਿਸੇ ਲੜਕੀ ਨੂੰ ਕੋਈ ਇੰਟਰਨੈਟ ਤੇ ਪਰੇਸ਼ਾਨ ਕਰ ਰਿਹਾ ਹੈ, ਜਾਂ ਉਹਦੀਆਂ ਕੋਈ ਫੋਟੋਗ੍ਰਾਫਸ ਲੀਕ ਕਰਤੀਆਂ, ਜਾਂ ਉਹਦੀ ਕੋਈ ਚੈਟ ਲੀਕ ਕਰਤੀ ਆ, ਤੇ ਉਹਦੇ ਕਰਕੇ ਵੀ ਬਹੁਤ ਸਾਰੀਆਂ ਖੁਦਕੁਸ਼ੀਆਂ ਹੋ ਰਹੀਆਂ ਨੇ, ਡਿਪਰੈਸ਼ਨ ਹੋ ਰਿਹਾ ਹੈ। ਤੇ ਪਿੱਛੇ ਜੇ ਮੈਂ ਲੋਕਡਾਊਨ ਦੇ ਵਿੱਚ ਇੱਕ ਸਟੱਡੀ ਕਰ ਰਹੀ ਸੀ ਸਕੂਲ ਦੇ ਬੱਚਿਆਂ ਦੇ ਨਾਲ, ਜਿਸ ਤਰ੍ਹਾਂ +1 +2 ਦੇ ਬੱਚਿਆਂ ਨਾਲ ਸਟੱਡੀ ਕਰ ਰਹੀ ਸੀ ਮੈਂ, ਤੇ ਉਹਨਾਂ ਨੇ ਕਿਹਾ ਕਿ ਇੰਟਰਨੈਟ ਤੇ ਜੋ ਇੱਕ ਚੀਜ਼ ਤੋਂ ਬਹੁਤ ਜ਼ਿਆਦਾ ਇਫੈਕਟ ਹੋ ਰਹੇ ਨੇ ਉਹ ਸਾਈਬਰ ਹੇਟ ਹੈ, ਕਿ ਕਿਸ ਤਰ੍ਹਾਂ ਹੇਟ ਫੈਲਾਈ ਜਾ ਰਹੀ ਹੈ, ਨਫ਼ਰਤ ਫੈਲਾਈ ਜਾ ਰਹੀ ਹੈ ਕਿਸੇ ਪਾਰਟਿਕੂਲਰ ਰਿਲੀਜੀਅਸ ਗਰੁੱਪ ਤੇ, ਜਾਂ ਕਿਸੇ ਪਾਰਟਿਕੂਲਰ ਐਥਨੀਸਿਟੀ ਤੇ, ਜਾਂ ਈਵਨ ਜੇ ਜੋ ਵੀ ਸਮਾਜ ਨਾਲੋਂ ਥੋੜਾ ਜਿਹਾ ਅਲੱਗ ਹੈ ਜਾਂ ਮੈਜੋਰਿਟੀ ਨਾਲੋਂ ਥੋੜਾ ਜਿਹਾ ਅਲੱਗ ਹੈ, ਉਹਨੂੰ ਉਸਦਾ ਜੀਣਾ ਹੀ ਖਰਾਬ ਕੀਤਾ ਜਾ ਰਿਹਾ ਹੈ। ਬਹੁਤ ਜ਼ਿਆਦਾ ਉਹਦੇ ਕ੍ਰਿਟਿਸਿਜ਼ਮ, ਨੈਗੇਟਿਵ ਕਮੈਂਟਸ, ਜਾਂ ਉਹਦੀ ਸਲੈਂਡਰਿੰਗ ਹੋ ਰਹੀ ਆ, ਉਹਦੇ ਅਗੇਂਸਟ ਗੈਂਗ ਅਪ ਹੋ ਰਹੇ ਨੇ। ਸੋ ਇਹਨਾਂ ਚੀਜ਼ਾਂ ਕਰਕੇ ਵੀ ਪੀਪਲ ਆਰ ਬਿਕਮਿੰਗ ਵੈਰੀ ਐਗਰੈਸਿਵ। ਸੋ ਇਹਦੇ ਚ ਬਿਕੋਜ਼ ਮੈਂਟਲ ਹੈਲਥ ਦੀ ਗੱਲ ਕਰ ਰਹੇ ਹਾਂ, ਡਿਪਰੈਸ਼ਨ ਹੀ ਨਹੀਂ, ਅਗਰੈਸ਼ਨ ਵੀ, ਓਵਰ ਅਗਰੈਸ਼ਨ, ਵਾਇਲੈਂਸ ਅਗੇਨ, ਉਹ ਵੀ ਮੈਂਟਲ ਹੈਲਥ ਦੇ ਵਿੱਚ ਹੀ ਆਏਗਾ। ਸੋ ਇਹਦੇ ਕਰਕੇ ਬਹੁਤ ਸਾਰੀਆਂ ਮੈਂਟਲ ਹੈਲਥ ਰਿਲੇਟਡ ਇਸ਼ੂਜ਼ ਸਾਹਮਣੇ ਆ ਰਹੇ ਨੇ। ਜੀ ਡਾਕਟਰ ਸਾਹਿਬ, ਉਮਰ ਦੀ ਗੱਲ ਕਰੀ ਜਾਵੇ, ਇਹ ਕਿੰਨੀ ਕੁ ਉਮਰ ਤੋਂ ਜਿਹੜੀ ਸਭ ਤੋਂ ਜ਼ਿਆਦਾ ਜਿਹੜੀ ਹੁੰਦੀ ਹੈ ਇਹ ਮਾਨਸਿਕ ਪਰੇਸ਼ਾਨੀ ਹੁੰਦੀ ਹੈ, ਇਹ ਕਿ ਘੱਟ ਉਮਰ ਦੇ ਵਿੱਚ ਹੁੰਦੀ ਆ ਜਾਂ ਉਸ ਤੋਂ ਵੱਧ 18 ਤੋਂ 20 ਸਾਲ ਦੀ ਉਮਰ? ਕੋਈ ਉਮਰ ਦਾ ਵੀ ਇਹਦੇ ਵਿੱਚ ਹੈਗਾ ਕੋਈ ਅੰਕੜਾ ਕਿ ਇੰਨੀ ਉਮਰ ਦੇ ਬੱਚੇ ਜਾਂ ਕੋਈ ਜਵਾਨ ਕਿ ਜ਼ਿਆਦਾ ਜਿਹੜੀ ਮਾਨਸਿਕ ਪਰੇਸ਼ਾਨੀ ਹੁੰਦੀ ਆ? ਇਹ ਜੇ ਅਸੀਂ ਇਹਨਾਂ ਦੇ ਟਰੈਕ ਦੇਖੀਏ ਤਾਂ ਜਿਹੜੀਆਂ 50% ਆਫ ਮੈਂਟਲ ਹੈਲਥ ਪ੍ਰੋਬਲਮਸ ਨੇ ਉਹ ਬਾਈ ਦ ਏਜ ਆਫ 14 ਇਅਰਸ ਆਣੀਆਂ ਸ਼ੁਰੂ ਹੋ ਜਾਂਦੀਆਂ ਨੇ। ਜਦੋਂ ਬੱਚਾ 14 ਸਾਲ ਚ ਆਉਂਦਾ ਹੈ, ਐਡੋਲੈਸੈਂਸ ਇਅਰਸ ਚ ਆਉਂਦਾ ਹੈ, ਕਿਉਂਕਿ ਉਦੋਂ ਬਹੁਤ ਸਾਰੀਆਂ ਬਾਇਓ ਕੈਮੀਕਲ ਚੇਂਜਸ ਹੋ ਰਹੀਆਂ ਨੇ, ਫਿਜ਼ੀਓਲੋਜੀਕਲ ਚੇਂਜਸ ਹੋ ਰਹੀਆਂ ਬੋਡੀ ਦੇ ਵਿੱਚ, ਸਾਈਕੋਲੋਜੀਕਲ ਇਸ਼ੂਜ਼ ਆ ਰਹੇ ਨੇ, ਸੋਸ਼ਲ ਇਸ਼ੂਜ਼ ਬੜੇ ਸਾਹਮਣੇ ਆਉਂਦੇ ਨੇ, ਪੈਰੈਂਟ ਚਾਈਲਡ ਰਿਲੇਸ਼ਨਸ਼ਿਪ ਦੁਬਾਰਾ ਰੀਡਿਫਾਈਨ ਹੁੰਦਾ ਹੈ, ਤੇ ਉਦੋਂ ਆਪਾਂ ਦੇਖਦੇ ਹਾਂ ਕਿ 50% ਆਫ ਪ੍ਰੋਬਲਮਸ ਜਿਹੜੀਆਂ ਆਣੀਆਂ ਸ਼ੁਰੂ ਹੋ ਜਾਂਦੀਆਂ ਨੇ, ਜਿਨ੍ਹਾਂ ਨੂੰ ਕੱਲ ਜਾ ਕੇ ਮੈਂਟਲ ਹੈਲਥ ਪ੍ਰੋਬਲਮ ਆਣੀ ਆ, 50% ਉਹ ਦਿਖਣ ਲੱਗ ਪੈਂਦੀਆਂ ਨੇ ਬਾਈ ਦ ਏਜ ਆਫ 14। ਤੇ 75% ਆਫ ਦ ਪੀਪਲ ਜਿਨ੍ਹਾਂ ਨੂੰ ਕੱਲ ਨੂੰ ਕੋਈ ਮੈਂਟਲ ਹੈਲਥ ਦੀ ਪ੍ਰੋਬਲਮ ਆਣੀ ਆ, ਉਹ ਬਾਈ ਦ ਏਜ ਆਫ 18 ਆਣੀ ਸ਼ੁਰੂ ਹੋ ਜਾਂਦੀ ਆ। ਸੋ ਮੈਜੋਰਿਟੀ ਅਸੀਂ 18 ਸਾਲ ਦੀ ਉਮਰ ਤੱਕ ਸਾਨੂੰ ਉਹਦੇ ਸਾਈਨਸ ਐਂਡ ਸਿੰਪਟਮਸ ਜਾਂ ਲੱਛਣ ਦਿਖਣੇ ਸ਼ੁਰੂ ਹੋ ਜਾਂਦੇ ਨੇ। ਜੀ ਡਾਕਟਰ ਸਾਹਿਬ, ਗੱਲ ਕਿਸਾਨਾਂ ਦੀ ਵੀ ਕਰ ਲੈਂਦੇ ਇੱਥੇ, ਕਿਉਂਕਿ ਕਿਸਾਨ ਅੱਜ ਆਪਣੇ ਹੱਕੀ ਮੰਗਾਂ ਨੂੰ ਲੈ ਕੇ ਲੜ ਰਿਹਾ। ਕਿਸਾਨਾਂ ਦੇ ਵੱਲੋਂ ਸਭ ਤੋਂ ਜ਼ਿਆਦਾ ਕਿਸਾਨਾਂ ਦੀਆਂ ਖੁਦਕੁਸ਼ੀਆਂ ਹੁੰਦੀਆਂ ਨੇ। ਆਪਾਂ ਦੇਖਦੇ ਹਾਂ ਕਿ ਕਿਸਾਨ ਖੁਦਕੁਸ਼ੀਆਂ ਦਾ ਦੌਰ ਹੀ ਪੰਜਾਬ ਦੇ ਵਿੱਚ ਲੰਬੇ ਸਮੇਂ ਤੋਂ, ਪੰਜਾਬ ਦੇ ਵਿੱਚ ਕੀ ਦੇਸ਼ ਭਰ ਦੇ ਵਿੱਚ ਕਿਸਾਨ ਖੁਦਕੁਸ਼ੀਆਂ ਕਰਦੇ ਆ। ਪਰ ਕਾਰਨ ਜੋ ਦੱਸਿਆ ਜਾਂਦਾ ਉਹ ਦੱਸਿਆ ਜਾਂਦਾ ਕਿ ਇਹ ਵੱਡੀਆਂ ਕੋਠੀਆਂ ਪਾ ਲੈਂਦੇ ਨੇ, ਕਰਜ਼ੇ ਲੈ ਲੈਂਦੇ ਨੇ, ਉਹਨਾਂ ਨੂੰ ਕਾਰਨ ਦੱਸਿਆ ਜਾਂਦਾ। ਤੁਹਾਡੀ ਵਿਚਾਰ, ਤੁਹਾਡੀ ਸੋਚ ਕੀ ਕਹਿੰਦੀ ਹੈ ਕਿ ਕਾਰਨ ਉਹ ਆ ਜਾਂ ਫਿਰ ਉਹ ਮਾਨਸਿਕ ਤੌਰ ਤੇ ਪਰੇਸ਼ਾਨ ਹੁੰਦੇ ਨੇ? ਦੇਖੋ ਪੋਲੀਟੀਕਲੀ ਤਾਂ ਮੈਂ ਇਸ ਚੀਜ਼ ਤੇ ਕੋਈ, ਬਿਕੋਜ਼ ਮੇਰਾ ਫੀਲ ਨਹੀਂ ਆ, ਬਟ ਡੈਫੀਨੇਟਲੀ ਇਹ ਮੈਂ 100% ਸ਼ੋਰ ਆ ਇਸ ਚੀਜ਼ ਬਾਰੇ ਕਿ ਇਕਨੋਮਿਕਸ ਤੇ ਮੈਂਟਲ ਹੈਲਥ ਦਾ ਬਹੁਤ ਹੀ ਪੋਜ਼ਿਟਿਵ ਕੋਰਿਲੇਸ਼ਨ ਹੈ। ਬਹੁਤ ਜਿਹੜੀਆਂ ਮੈਕਸਿਮਮ ਮੈਂਟਲ ਹੈਲਥ ਪ੍ਰੋਬਲਮਸ ਨੇ ਉਹ ਤੁਹਾਡੀਆਂ ਇਕਨੋਮਿਕ ਇਸ਼ੂਜ਼ ਦੇ ਨਾਲ ਰਿਲੇਟਡ ਨੇ। ਜੇ ਅਸੀਂ ਵਰਲਡ ਦੇ ਪੂਰੇ ਵਰਲਡ ਵਿੱਚ ਡਿਵੈਲਪ ਕੰਟਰੀਜ਼ ਵਿੱਚ ਵੀ ਦੇਖੀਏ ਤਾਂ ਮੈਕਸਿਮਮ ਡਿਪਰੈਸ਼ਨ ਦੇ, ਸੁਸਾਈਡ ਦੇ, ਐਲਕੋਹਲਿਜ਼ਮ ਦੀ ਪ੍ਰੋਬਲਮਸ ਉਹਨਾਂ ਵਿੱਚ ਆ ਰਹੀਆਂ ਨੇ ਜਿਹੜੀਆਂ ਬਿਲੋ ਪਾਵਰਟੀ ਲਾਈਨ ਲੋਕ ਨੇ, ਹੋਮਲੈਸਨੈਸ ਨੇ, ਜਾਂ ਕਰਾਊਡਡ ਏਰੀਆਸ 'ਚ ਰਹਿ ਰਹੇ ਨੇ, ਅਨਇੰਪਲੋਇਮੈਂਟ। ਸੋ ਇਕਨੋਮਿਕਸ ਐਂਡ ਸਾਈਕੋਲੋਜੀ ਦੇ ਆਰ ਵੈਡਡ ਟੂ ਈਚ ਅਦਰ। ਤੇ ਜਦੋਂ ਤੱਕ ਅਸੀਂ ਇਕਨੋਮਿਕ ਪ੍ਰੋਬਲਮਸ ਨੂੰ ਨਹੀਂ ਸੋਲਵ ਕਰਦੇ ਉਦੋਂ ਤੱਕ ਸਾਡੀਆਂ ਮੈਂਟਲ ਹੈਲਥ ਪ੍ਰੋਬਲਮਸ ਨਹੀਂ ਸੋਲਵ ਹੋਣੀਆਂ। ਤੇ ਜੇ ਅਸੀਂ ਇੰਡੀਆ ਦੇ ਸਟੈਟਿਸਟਿਕਸ ਹੁਣ ਕਰੰਟਲੀ ਦੇਖੀਏ, ਵਰਲਡ ਹੈਲਥ ਆਰਗੇਨਾਈਜੇਸ਼ਨ ਦੀ ਰਿਪੋਰਟ ਹੈ ਕਿ ਇੰਡੀਆ ਇਜ਼ ਦ ਮੋਸਟ ਡਿਪਰੈਸਡ ਕੰਟਰੀ ਇਨ ਦ ਵਰਲਡ। ਤੇ ਲੋਕਡਾਊਨ ਦੇ ਵਿੱਚ ਹੀ ਤੁਸੀਂ ਦੇਖਿਆ ਹੋਏਗਾ ਕਿ ਲੁਧਿਆਣੇ ਦੇ ਵਿੱਚ ਹੀ ਰੋਜ਼ ਇੱਕ ਸੁਸਾਈਡ ਹੁੰਦਾ ਸੀਗਾ, ਕੇਰਲਾ ਦੇ ਵਿੱਚ ਬਹੁਤ ਬੱਚਿਆਂ ਨੇ ਸੁਸਾਈਡ ਕੀਤਾ, ਇੰਡੀਆ ਦੇ ਵਿੱਚ ਹੀ 65% ਆਫ ਪੀਪਲ ਜਿਨ੍ਹਾਂ ਨੂੰ ਸਰਵੇ ਕੀਤਾ ਗਿਆ ਸੀਗਾ ਦੇ ਹੈਡ ਮੈਂਟਲ ਹੈਲਥ ਪ੍ਰੋਬਲਮਸ। ਸੋ ਡੈਫੀਨਿਟਲੀ ਇਟਸ ਐਨ ਇੰਡੀਕੇਸ਼ਨ ਕਿ ਜੇ ਇੰਡੀਆ ਦੇ ਵਿੱਚ ਇੰਨੀਆਂ ਸਾਰੀਆਂ ਮੈਂਟਲ ਹੈਲਥ ਪ੍ਰੋਬਲਮਸ ਆ ਰਹੀਆਂ ਨੇ, ਹਰ 1 ਘੰਟੇ ਇੱਕ ਬੱਚਾ ਸੁਸਾਈਡ ਕਰ ਰਿਹਾ ਹੈ, ਇਟ ਮੀਨਸ ਕਿ ਇਕਨੋਮਿਕਸ ਇਜ਼ ਵੈਰੀ ਇੰਪੋਰਟੈਂਟ ਕੰਟਰੀਬਿਊਟਿੰਗ ਫੈਕਟਰ ਟੂ ਦੈਟ। ਡਾਕਟਰ ਸਾਹਿਬ, ਕੀ ਲੱਗਦਾ ਕਿ ਚੰਗਾ ਵਿਕਾਸ ਜ਼ਰੂਰੀ ਜਾਂ ਚੰਗੀ ਮਾਨਸਿਕ ਸਿਹਤ? ਇਹ ਤਾਂ ਮੈਨੂੰ ਲੱਗਦਾ ਕਿ ਸਾਰਾ ਕੁਝ ਇਕੱਠੇ ਹੀ ਹੁੰਦਾ ਹੈ, ਕਿਉਂਕਿ ਜਦੋਂ ਵੀ ਅਸੀਂ ਸ਼ੁਰੂ ਤੋਂ ਦੇਖੀਏ, ਜਦੋਂ ਵੀ ਅਸੀਂ ਬੱਚੇ ਨੂੰ ਪਾਲਦੇ ਆ ਤੇ ਅਸੀਂ ਇਹ ਨਹੀਂ ਕਹਿ ਸਕਦੇ ਕਿ ਮੈਂ ਇੱਕੋ ਪਾਸੇ ਵੱਲ ਤਵੱਜੋ ਦੇਣੀ ਆ। ਜਦੋਂ ਅਸੀਂ ਬੱਚੇ ਦੀ ਗਰੋਥ ਦੀ ਗੱਲ ਕਰਦੇ ਆ ਤੇ ਸਾਰੇ ਡੋਮੇਨਸ ਦੀ ਗਰੋਥ ਇੰਪੋਰਟੈਂਟ ਹੈ। ਉਹਨੂੰ ਕਹਿੰਦੇ ਨੇ ਕਿ ਬਾਇਓ ਸਾਈਕੋ ਸੋਸ਼ਲ ਉਹਦੀ ਡਿਵੈਲਪਮੈਂਟ ਹੈ, ਤੇ ਉਹਦੇ ਵਿੱਚ ਅੱਛੀਆਂ ਵੈਲਿਊਜ਼ ਦੇਣੀਆਂ, ਅੱਛੇ ਕੋਪਿੰਗ ਪੈਟਰਨਸ ਬੱਚੇ ਨੂੰ ਸਿਖਾਣੇ, ਸਮਾਜ ਵਿੱਚ ਰਹਿਣਾ, ਆਪਣੇ ਆਪ ਨੂੰ ਇੱਕ ਆਟੋਨਮਸ ਬੀਇੰਗ
ਬਿੰਗ ਬਣਾਉਣਾ, ਜਿਸ ਤਰ੍ਹਾਂ ਨਿਰਭਰਤਾ ਹੈ, ਸੈਲਫ ਰਿਲਾਇੰਸ ਹੈ, ਆਪਣੇ ਆਪ ਨੂੰ ਇਸ ਸਮਾਜ ਦੇ ਵਿੱਚ ਖੜਾ ਕਰਨਾ ਇਨ ਅ ਵੇ ਕਿ ਤੁਸੀਂ ਇਕਨੋਮਿਕਲੀ ਇੰਡੀਪੈਂਡੈਂਟ ਹੋ। ਸੋ ਆਈ ਥਿੰਕ ਆਲ ਆਫ ਥੀਸ ਗੋ ਟੂਗੇਦਰ, ਤੇ ਜੇ ਅਸੀਂ ਇੱਕ ਵੀ ਚੀਜ਼ ਨੂੰ ਇਗਨੋਰ ਕਰਦੇ ਹਾਂ ਦੂਸਰੀ ਤੇ ਇਗਨੋਰ ਹੁੰਦੀ ਹੈ। ਇਟਸ ਇਨ ਅ ਬੈਲੈਂਸ, ਯੂ ਕੈਨ ਨਾਟ ਲੁੱਕ ਐਟ ਵਨ ਵਿਦਆਊਟ ਲੁਕਿੰਗ ਐਟ ਦੀ ਅਦਰ। ਡਾਕਟਰ ਸਾਹਿਬ, ਇਹਦੇ ਲਈ ਕੋਈ ਕਾਨੂੰਨ ਬਣੇ ਨੇ ਹੁਣ ਤੱਕ ਕਿ ਇਸ ਤਰੀਕੇ ਨਾਲ ਨਜਿੱਠਿਆ ਜਾਵੇ ਇਹਦੇ ਨਾਲ? ਮੈਂਟਲ ਹੈਲਥ ਪ੍ਰੋਬਲਮਸ ਦੇ ਬਾਰੇ ਮੈਂਟਲ ਹੈਲਥ ਐਕਟ ਆਇਆ ਹੈ 2017 ਦੇ ਵਿੱਚ, ਜੋ ਗਵਰਨਮੈਂਟ ਆਫ ਇੰਡੀਆ ਦੀ ਇੱਕ ਉਹਨਾਂ ਨੇ ਪ੍ਰੈਜ਼ੈਂਟ ਕੀਤਾ ਹੈ, ਬਟ ਉਹ ਬਹੁਤ ਇੱਕ ਓਵਰ ਐਂਬੀਸ਼ੀਅਸ ਪ੍ਰੋਜੈਕਟ ਹੈ। ਜੇ ਉਹਨੂੰ ਐਕਚੁਅਲੀ ਉਹਨੂੰ ਇੰਪਲੀਮੈਂਟ ਕਰਨਾ ਚਾਹੇ ਤਾਂ ਜੋ ਇੱਕ ਅਸੀਂ ਅੰਦਾਜ਼ਾ ਲਗਾਇਆ ਹੈ ਕਿ ਉਹਦੇ ਲਈ 94,000 ਕਰੋੜ ਰੁਪਇਆ ਚਾਹੀਦਾ ਹੈ ਜੀ, ਕਿਉਂਕਿ ਪਹਿਲਾਂ ਇਹ 1987 ਦੇ ਵਿੱਚ ਲਾਗੂ ਕੀਤਾ ਗਿਆ, ਸ਼ੁਰੂ ਕੀਤਾ ਗਿਆ ਸੀਗਾ, ਫਿਰ 2017 ਦੇ ਵਿੱਚ ਐਕਟ ਇਹ ਬਣਿਆ। ਹਾਂਜੀ, ਬਟ ਉਹੀ ਕਹਿੰਦੇ ਨੇ ਕਿ ਇਟਸ ਐਨ ਓਵਰ ਐਂਬੀਸ਼ੀਅਸ ਪ੍ਰੋਜੈਕਟ, ਬਟ ਸਰਕਾਰ ਖਰਚਾ ਨਹੀਂ ਕਰ ਰਹੀ। ਇੰਡੀਆ ਦਾ ਜੋ ਹੈਲਥ ਬਜਟ ਹੈ ਦੈਟ ਇਜ਼ ਜਸਟ 0.0, ਜੋ ਮੈਂਟਲ ਹੈਲਥ ਬਜਟ ਹੈ ਦੈਟ ਇਜ਼ 0.05% ਆਫ ਦਾ ਟੋਟਲ ਹੈਲਥ ਬਜਟ, ਜੋ ਕਿ ਬਹੁਤ ਘੱਟ ਹੈ। ਤੇ ਜੇ ਅਸੀਂ ਦੇਖੀਏ ਤਾਂ ਇੰਡੀਆ 'ਚ ਜੋ ਖਰਚਾ ਹੋ ਰਿਹਾ ਹੈ ਉਹ ਵੀ ਮੈਂਟਲ ਹੈਲਥ ਸੈਕਟਰ ਤੇ ਬਹੁਤ ਘੱਟ ਹੈ। ਔਰ ਜਿਸ ਤਰ੍ਹਾਂ 2018 ਦੀ ਸਟੱਡੀ ਸੀ ਕਿ ਸਿਰਫ 45 ਕਰੋੜ ਰੁਪਇਆ ਖਰਚਿਆ ਗਿਆ, ਜੋ ਕਿ ਬਣਦਾ ਹੈ ਕਿ ਅਰਾਊਂਡ 33 ਪੈਸੇ ਪਰ ਪਰਸਨ ਜਿਹਨੂੰ ਕੋਈ ਮੈਂਟਲ ਹੈਲਥ ਪ੍ਰੋਬਲਮ ਹੈ। ਸਪੋਜ਼ ਕੋਈ ਬੰਦਾ ਕੋਈ ਕਿਸੇ ਐਡਮਿਟ ਹੋਇਆ ਹੈ ਕਿਸੇ ਸਾਈਕੈਟ੍ਰਿਕ ਕੇਅਰ ਦੇ ਵਿੱਚ ਜਾਂ ਕਿਸੇ ਵਾਰਡ ਦੇ ਵਿੱਚ, ਸਿਰਫ 33 ਪੈਸਾ ਉਹਦੇ ਲਈ ਖਰਚਿਆ ਗਿਆ ਪੂਰੇ ਸਾਲ ਦੇ ਵਿੱਚ, which is nothing। ਸੇ ਜਦੋਂ ਤੱਕ ਅਸੀਂ ਐਕਚੁਅਲੀ ਇਹਨੂੰ ਇਨ ਪ੍ਰੈਕਟਿਸ ਇੰਪਲੀਮੈਂਟ ਨਹੀਂ ਕਰਦੇ, ਆਈ ਥਿੰਕ ਥੀਸ ਲਾਜ਼ ਆਰ ਨਾਟ ਵੈਰੀ ਮੀਨਿੰਗਫੁਲ। ਡਾਕਟਰ ਸਾਹਿਬ, ਕੀ ਲੱਗਦਾ ਕਿ ਜੇ ਸਰਕਾਰਾਂ ਪੈਸੇ ਖਰਚਣ ਇਸ ਐਕਟ ਦੇ ਸਹੀ ਤਰੀਕੇ ਦੇ ਨਾਲ ਇਸ ਦੇ ਵੱਲ ਵਧਣ ਤਾਂ ਕਿ ਖੁਦਕੁਸ਼ੀਆਂ ਜਾਂ ਹੋਰ ਡਿਪਰੈਸ਼ਨ ਇਹ ਪਰੇਸ਼ਾਨੀਆਂ ਘਟ ਸਕਦੀਆਂ? ਹਾਂਜੀ, ਬਹੁਤ ਜ਼ਰੂਰੀ ਹੈ ਕਰਨਾ, ਕਿਉਂਕਿ ਅਵੇਲੇਬਿਲਿਟੀ ਆਫ ਡਾਕਟਰਸ ਇਹਦੇ ਨਾਲ ਆਣਗੇ। ਜੇ ਅਸੀਂ ਪੈਸਾ ਖਰਚਾਂਗੇ, ਅਸੀਂ ਨਵੀਆਂ ਪੋਸਟ ਕ੍ਰੀਏਟ ਕਰਾਂਗੇ, ਅਸੀਂ ਡਾਕਟਰਸ ਨੂੰ ਲਵਾਂਗੇ, ਅਪਾਇੰਟ ਕਰਾਂਗੇ। ਹੁਣ ਜੇ ਇੱਕ ਬੰਦੇ ਨੂੰ ਦੇਖਿਆ ਜਾਏ ਤਾਂ ਜੇ ਉਹਨੇ ਮੈਂਟਲ ਹੈਲਥ ਹੈਲਪ ਲੈਣੀ ਆ, ਜੇ ਸਪੋਜ਼ ਉਹਨੂੰ ਕੋਈ ਮਾਨਸਿਕ ਸਿਹਤ ਦੀ ਤਕਲੀਫ ਹੈ, ਤਾਂ ਇੰਡੀਆ ਦੇ ਵਿੱਚ ਸਿਰਫ ਟੋਟਲ 9,000 ਸਾਈਕੈਟ੍ਰਿਸਟ ਨੇ। ਤੇ ਉਹਦੇ ਲਈ ਜੋ ਇੱਕ ਡਾਟਾ ਆਇਆ ਸੀਗਾ ਕਿ ਇੱਕ ਬੰਦੇ ਨੂੰ ਐਵਰੇਜ ਵਿੱਚ 65 ਕਿਲੋਮੀਟਰ ਤੁਰ ਕੇ ਜਾਣਾ ਪਏਗਾ। ਜੋ ਵੀ ਜਿਸ ਤਰ੍ਹਾਂ ਵੀ ਸਾਧਨ ਤੇ ਜਾਂਦਾ ਹੈ ਉਹਨੂੰ ਸਫ਼ਰ ਕਰਨਾ ਪਏਗਾ 65 ਕਿਲੋਮੀਟਰ ਇੱਕ ਸਾਈਕੈਟ੍ਰਿਸਟ ਕੋਲ ਜਾਣ ਲਈ। ਤੇ ਜਦੋਂ ਇਹ ਸੇਵਾਵਾਂ ਉਪਲਬਧ ਹੋ ਜਾਣਗੀਆਂ ਤੁਹਾਡੇ ਡੋਰ ਸਟੈਪਸ ਤੇ, ਜਿਹੜਾ ਟ੍ਰੀਟਮੈਂਟ ਗੈਪ ਹੈ ਇੰਡੀਆ ਦੇ ਵਿੱਚ ਅਰਾਊਂਡ 80% ਲੋਕਾਂ ਨੂੰ ਮਾਨਸਿਕ ਸਿਹਤ ਦੀ ਹੈਲਪ ਨਹੀਂ ਮਿਲਦੀ। ਜੇ ਅੱਜ ਸਾਰੇ ਕਹਿ ਦੇਣ ਕਿ ਜਿਹੜੇ ਵੀ ਮਾਨਸਿਕ ਰੋਗੀ ਨੇ ਕਹਿਣ ਕਿ ਅਸੀਂ ਕਿਸੇ ਕੋਲ ਜਾਣਾ ਹੈ ਦਵਾਈ ਲੈਣ, ਤਾਂ ਉਹਨਾਂ ਨੂੰ ਮਿਲੂਗਾ ਹੀ ਨਹੀਂ, ਉਹਨਾਂ ਨੂੰ ਹੈਲਥ ਪ੍ਰੋਵਾਈਡਰਸ ਹੀ ਨਹੀਂ ਮਿਲਣਗੇ। ਸੋ ਇਸ ਲਈ ਸਾਨੂੰ ਬਹੁਤ ਸਾਰਾ ਪੈਸਾ ਖਰਚਣਾ ਪੈਣਾ ਹੈ ਤਾਂ ਕਿ ਸਾਨੂੰ ਹਰ ਲੈਵਲ ਤੇ, ਚਾਹੇ ਉਹ ਸਾਈਕੈਟ੍ਰਿਕ ਨਰਸਿਸ ਨੇ, ਸਾਈਕੈਟ੍ਰਿਕ ਸੋਸ਼ਲ ਵਰਕਰਸ ਨੇ, ਕਾਉਂਸਲਰਸ ਨੇ, ਜਾਂ ਕਲੀਨਿਕਲ ਸਾਈਕੋਲੋਜਿਸਟ ਨੇ, ਸੋ ਉਹਨਾਂ ਨੂੰ ਅਸੀਂ ਉਹਨਾਂ ਲਈ ਇੱਕ ਸੈਟਿੰਗਸ ਬਣਾਉਣੀਆਂ ਨੇ, OPDs ਬਣਾਉਣੀਆਂ ਨੇ, ਜਾਂ ਜੇ ਇਨਡੋਰ ਪੇਸ਼ੈਂਟਸ ਦੀਆਂ ਸਰਵਿਸਿਜ਼ ਨੇ ਉਹ ਵੀ ਸਾਨੂੰ ਪ੍ਰੋਵਾਈਡ ਕਰਨੀਆਂ ਪੈਣਗੀਆਂ। ਸੋ ਜਿੰਨਾ ਅਸੀਂ ਇਹਨੂੰ ਲੈ ਕੇ ਆਵਾਂਗੇ ਸਮਾਜ ਦੇ ਵਿੱਚ, ਉਹਨਾਂ ਸਟਿਗਮਾ ਵੀ ਘਟੇਗਾ, ਕਿਉਂਕਿ ਇਹ ਬਹੁਤ ਇੰਪੋਰਟੈਂਟ ਚੀਜ਼ ਹੈ ਕਿ ਜਿੱਥੇ ਅਵੇਲੇਬਲ ਵੀ ਹੈ ਨਾ ਹੈਲਪ, ਕਿਉਂਕਿ ਅਸੀਂ ਇਸ ਚੀਜ਼ ਨੂੰ ਇੰਨਾ ਪਪੂਲਰਾਈਜ਼ ਨਹੀਂ ਕੀਤਾ ਕਿ ਇਟ ਇਜ਼ ਓਕੇ ਟੂ ਆਸਕ ਫॉर ਹੈਲਪ, ਕਿਉਂਕਿ ਮੈਂਟਲ ਹੈਲਥ ਨੂੰ ਇੱਕ ਬਹੁਤ ਸਟਿਗਮਾ ਦੇਖਿਆ ਜਾਂਦਾ ਹੈ ਕਿ ਜੇ ਕਿਸੇ ਨੂੰ ਕੋਈ ਪ੍ਰੋਬਲਮ ਹੋ ਜਾਏ ਤੇ ਉਹਦਾ ਮਜ਼ਾਕ ਜਿਹਾ ਬਣ ਜਾਂਦਾ ਹੈ, ਜਾਂ ਉਹਨੂੰ ਕੋਈ ਕਮਲਾ ਕਹੂਗਾ, ਕੋਈ ਉਹਨੂੰ ਪਾਗਲ ਕਹੂਗਾ। ਤੇ ਇਹ ਵੀ ਦੇਖਣ ਜਾਂਦਾ ਕਿ ਉਹਦੇ ਘਰ ਇਵਨ ਲੋਕਾਂ ਦਾ ਹੁੰਦਾ ਕਿ ਇਹਦੇ ਘਰ ਰਿਸ਼ਤਾ ਵੀ ਨਹੀਂ ਕਰਨਾ ਕਿਉਂਕਿ ਇਹਨਾਂ ਦੇ ਘਰ ਇਹ ਵਾਲੀ ਪ੍ਰੋਬਲਮ ਹੈ। ਸੋ ਅਸੀਂ ਜਦੋਂ ਇਸ ਬਾਰੇ ਓਪਨਲੀ ਗੱਲ ਕਰਾਂਗੇ, ਇਸ ਚੀਜ਼ ਨੂੰ ਅਸੀਂ ਡਿਸਕਸ ਕਰਾਂਗੇ, ਤੇ ਜਿਸ ਤਰ੍ਹਾਂ ਫਿਜ਼ੀਕਲ ਹੈਲਥ ਪ੍ਰੋਬਲਮਸ ਬਾਰੇ ਲੋਕ ਖੁੱਲ ਕੇ ਦੱਸਦੇ ਨੇ ਕਿ ਹਾਂ ਉਹਨੂੰ ਸੀ, ਤੇ ਲੋਕ ਜਾ ਕੇ ਸੋ ਨੂੰ ਸਿੰਪਥੀ ਦਿੰਦੇ ਨੇ। ਤੇ ਇਸੇ ਤਰ੍ਹਾਂ ਦਾ ਜਦੋਂ ਐਟੀਟਿਊਡ ਨਹੀਂ ਬਣਦਾ ਉਦੋਂ ਤੱਕ ਆਈ ਥਿੰਕ, ਬਟ ਫॉर दैट द गवर्नमेंट हैज टू वर्क ਕਿ ਡਿਸਕਸ਼ਨਸ ਹੋਣ, ਟਾਕਸ ਹੋਣ, ਡਿਬੇਟਸ ਹੋਣ ਇਸ ਚੀਜ਼ ਬਾਰੇ, ਤੇ ਅਵੇਲੇਬਲ ਹੋਏ that nobody is feeling hesitant to ask for the mental health help। ਡਾਕਟਰ ਸਾਹਿਬ, ਤੁਸੀਂ ਇਹਨੂੰ ਜ਼ਿੰਮੇਵਾਰ ਜੋ ਮੰਨਦੇ ਹੋ ਇਸ ਪਰੇਸ਼ਾਨੀ ਦੇ, ਸਰਕਾਰ ਮੰਨਦੇ ਹੋ ਜਾਂ ਫਿਰ ਕਿਤੇ ਨਾ ਕਿਤੇ ਲੋਕਾਂ ਨੂੰ ਵੀ ਖੁਦ ਜਾਗਰੂਕ ਹੋਣ ਦੀ ਲੋੜ ਆ? ਕਿਉਂਕਿ ਲੋਕ ਜੋ ਹੈ ਆਤਮ ਹੱਤਿਆ ਕਰਨ ਤੋਂ ਪਹਿਲਾਂ ਉਹ ਆਪਣੇ ਆਪ ਨੂੰ ਕਮਜ਼ੋਰ ਮਹਿਸੂਸ ਕਰਨ ਲੱਗ ਜਾਂਦੇ ਨੇ ਕਿਤੇ ਨਾ ਕਿਤੇ, ਕਿਉਂਕਿ ਕੋਈ ਵੀ ਉਹਦਾ ਕੰਮ ਨਹੀਂ ਬਣਦਾ ਹੈਗਾ, ਕਿਤੇ ਵੀ ਉਹ ਪਰੇਸ਼ਾਨ ਹੋ ਜਾਂਦੇ ਨੇ, ਕਿਤੇ ਨਾ ਕਿਤੇ ਉਹ ਖੁਦ ਲੋਕ ਵੀ ਇਸ ਦਾ ਜ਼ਿੰਮੇਵਾਰ ਨੇ। ਹਾਂਜੀ ਜੀ, ਆਈ ਥਿੰਕ ਵੀ ਆਰ ਆਲ ਰਿਸਪੌਂਸਿਬਲ ਫॉर ਆਵਰਸੈਲਵਸ, ਕਿਉਂਕਿ ਦੇਖਿਆ ਜਾਏ ਤਾਂ ਬਹੁਤ ਸਾਰੇ ਕੇਸਿਸ ਦੇ ਵਿੱਚ ਜੇ ਅਸੀਂ ਦੇਖਦੇ ਵੀ ਹਾਂ ਤੇ ਸਾਡੀਆਂ ਬਹੁਤ ਜ਼ਿਆਦਾ ਜੇ ਗਰੀਡ ਹੈ ਉਹਦੇ ਕਰਕੇ ਬਹੁਤ ਸਾਰੀਆਂ ਲਾਈਫ 'ਚ ਪ੍ਰੋਬਲਮਸ ਆਉਂਦੀਆਂ ਨੇ, ਜਾਂ ਸਾਡੀਆਂ ਅਨਰੀਅਲਿਸਟਿਕ ਐਕਸਪੈਕਟੇਸ਼ਨਸ ਨੇ, ਜਾਂ ਅਸੀਂ ਜਦੋਂ ਰਿਐਲਿਟੀ ਦੇ ਨਾਲ ਐਡਜਸਟ ਨਹੀਂ ਕਰਦੇ, ਅਸੀਂ ਐਕਸੈਪਟ ਨਹੀਂ ਕਰਦੇ, ਉਦੋਂ ਵੀ ਬਹੁਤ ਸਾਰੀਆਂ ਪ੍ਰੋਬਲਮਸ ਆਉਂਦੀਆਂ ਨੇ। ਤੇ ਜੋ ਤੁਸੀਂ ਸੋਸ਼ਲ ਮੀਡੀਆ ਦੀ ਗੱਲ ਕੀਤੀ ਹੈ,
ਸੋਸ਼ਲ ਕੰਪੈਰੀਜ਼ਨਸ ਜੀ। ਉਹਦੇ ਕਰਕੇ ਫਿਰ ਜਿਹੜੀਆਂ ਜਜਮੈਂਟਲ ਐਟੀਟਿਊਡ ਆ, ਸੋ ਇਹਦੇ ਸੋਸਾਇਟੀ ਦਾ ਵੀ ਰੋਲ ਆਉਂਦਾ ਹੈ ਕਿ ਜੇ ਕੋਈ ਕਿਸੇ ਮਾੜੇ ਫੇਜ਼ ਆਫ ਲਾਈਫ ਚ ਆ ਗਿਆ ਹੈ ਜਾਂ ਕਿਸੇ ਨਾਲ ਕੁਝ ਗਲਤ ਹੋ ਗਿਆ ਹੈ, ਸੋ ਜਿਹੜਾ ਇੱਕ ਸੋਸਾਇਟੀ ਦਾ ਉਹਦੇ ਬਾਰੇ ਹੌ ਹਾਈ ਕਰਨਾ, ਉਹਨੂੰ ਇੱਕ ਮਜ਼ਾਕ ਬਣਾਉਣਾ ਜਾਂ ਉਹਦੇ ਬਾਰੇ ਗੌਸਿਪ ਕਰਨਾ, ਸੋ ਕਈ ਲੋਕਾਂ ਨੂੰ ਤਾਂ ਇਹੀ ਚੀਜ਼ਾਂ ਹੀ ਲੈ ਉਹਨਾਂ ਦੀ ਬਹੁਤ ਜ਼ਿਆਦਾ ਇਟ ਇਜ਼ ਟੂ ਮਚ ਫॉर them, ਉਹਨਾਂ ਲੈ ਲੱਥਦੀਆਂ ਨੇ ਇਹ ਚੀਜ਼ਾਂ ਕਿ ਮੇਰੇ ਬਾਰੇ ਲੋਕ ਕੀ ਗੱਲ ਕਰ ਰਹੇ ਨੇ, ਸਮਾਜ ਵਿੱਚ ਮੇਰੇ ਬਾਰੇ ਕੀ ਗੱਲ ਹੋ ਰਹੀ ਆ। ਸੋ ਆਈ ਥਿੰਕ ਆਪਣੀ ਸਿਹਤ ਦੀ ਜ਼ਿੰਮੇਵਾਰੀ ਆਪਣੇ ਹੱਥ ਹੈ, ਐਂਡ ਨਾ ਕਿ ਅਸੀਂ ਵੀ ਹੈਵ ਟੂ ਲੁੱਕ ਆਫਟਰ ਆਵਰਸੈਲਵਸ, ਬਟ ਅਸੀਂ ਇਹ ਵੀ ਮੇਕ ਸ਼ੋਰ ਕਰੀਏ ਕਿ ਜੋ ਸਾਡੇ ਆਲੇ ਦੁਆਲੇ ਨੇ ਅਸੀਂ ਉਹਨਾਂ ਨੂੰ ਇੰਨਾ ਮਜਬੂਰ ਨਾ ਕਰ ਦਈਏ ਕਿ ਉਹ ਇਸ ਲੈਵਲ ਤੇ ਆ ਜਾਣ ਕਿ ਡਿਪਰੈਸ਼ਨ ਆ ਜਾਣ ਜਾਂ ਉਹ ਸੁਸਾਈਡ ਕਰ ਲੈਣ। ਵੀ ਹੈਵ ਟੂ ਗਿਵ ਸਪੋਰਟ। ਸੋ ਆਪਣਾ ਵੀ ਖਿਆਲ ਰੱਖਣਾ ਹੈ, ਆਪਣੀਆਂ ਵੀ ਐਕਸਪੈਕਟੇਸ਼ਨਸ, ਆਪਣੀਆਂ ਵੀ ਜਿਹੜੀਆਂ ਲਾਈਫ ਦੀਆਂ ਗੋਲਸ ਨੇ ਉਹ ਬਹੁਤ ਹੀ ਰੀਅਲਿਸਟਿਕ ਬਣਾਉਣੇ ਨੇ ਤੇ ਐਡਜਸਟ ਕਰਨਾ ਹੈ, ਬਟ ਐਟ ਦ ਸੇਮ ਟਾਈਮ ਅਸੀਂ ਦੂਸਰਿਆਂ ਨੂੰ ਵੀ ਸਪੇਸ ਦੇਣੀ ਆ ਟੂ ਮੇਕ ਸਮ ਐਰਰਸ, ਕਿ ਜੇ ਅਗਲੇ ਕੋਲੋਂ ਵੀ ਕੋਈ ਗਲਤੀ ਹੋ ਗਈ ਆ ਤੇ ਉਹਨੂੰ ਵੀ ਫੋਰਗਿਵ ਕਰਨਾ ਹੈ, ਉਹਨੂੰ ਵੀ ਦੁਬਾਰਾ ਚਾਂਸ ਦੇਣਾ ਹੈ ਕਿ ਦੁਬਾਰਾ ਉਹ ਆਪਣੇ ਪੈਰਾਂ ਤੇ ਖੜੇ ਹੋ ਸਕੇ। ਜੀ ਡਾਕਟਰ ਸਾਹਿਬ, ਆਪਾਂ ਸ਼ੁਰੂਆਤ ਦੇ ਵਿੱਚ ਤੁਸੀਂ ਗੱਲ ਕਰੀ ਸੀ ਕਿ ਗੈਂਗਰੇਪ ਹੁੰਦੇ ਨੇ, ਜਿਹੜੇ ਬਲਾਤਕਾਰੀ ਹੁੰਦੇ ਨੇ ਕੀ ਉਹ ਵੀ ਮਾਨਸਿਕ ਰੋਗੀ ਹੁੰਦੇ ਨੇ? ਹਾਂਜੀ, ਇਹ ਤਾਂ ਪਰਵਰਟਡ ਹੈ ਜੀ, ਪਰਵਰਟਡ ਬਿਹੇਵੀਅਰ ਹੈ। ਦੇਖੋ ਜਿਹੜਾ ਵੀ ਸੋਸ਼ਲ ਨੋਰਮਸ ਨੂੰ ਵਾਇਲੇਟ ਕਰੇਗਾ, ਬਿਕੋਜ਼ ਜਦੋਂ ਅਸੀਂ ਗੱਲ ਕਰਦੇ ਹਾਂ ਹੈਲਥ ਦੀ ਤੇ ਸਾਨੂੰ ਉਹਦੇ ਵਿੱਚ ਸੋਸਾਇਟੀ ਦੇ ਜੋ ਰੂਲਸ ਐਂਡ ਰੈਗੂਲੇਸ਼ਨਸ ਨੇ ਉਹਨਾਂ ਨੂੰ ਫੋਲੋ ਕਰਨਾ ਬਹੁਤ ਜ਼ਰੂਰੀ ਹੈ, ਕਿਉਂਕਿ ਮੈਂਟਲ ਹੈਲਥ ਜੋ ਡੈਫੀਨੇਸ਼ਨ ਹੈ ਇਟ ਇਜ਼ ਲਾਈਕ ਦ ਵੇ ਯੂ ਥਿੰਕ, ਬਿਹੇਵ ਐਂਡ ਫੀਲ। ਕਿ ਜੇ ਅਸੀਂ ਗਲਤ ਸੋਚਦੇ ਹਾਂ, ਗਲਤ ਮਤਲਬ ਇਹਦੇ ਵਿੱਚ ਬਹੁਤ ਇੰਪੋਰਟੈਂਟ ਹੁਣ ਹੂ ਵਿਲ ਡਿਸਾਈਡ ਕਿ ਗਲਤ ਕੀ ਹੈ ਸਹੀ ਕੀ ਹੈ। ਸੋ ਬੇਸਿਕਲੀ ਜੋ ਲਾਰਜਰ ਨੋਰਮਸ ਆਫ ਸੋਸਾਇਟੀ ਨੇ ਜੇ ਅਸੀਂ ਉਹਨਾਂ ਨੂੰ ਵਾਇਲੇਟ ਕਰਦੇ ਹਾਂ, ਜੇ ਸਾਡੀ ਸੋਚ ਇਹੋ ਜੀ ਹੈ ਸੋਸਾਇਟੀ ਦੇ ਅਗੇਂਸਟ ਜਾ ਰਹੀ ਆ, ਜਿਸ ਮਾਹੌਲ 'ਚ ਅਸੀਂ ਜਾਂ ਜਿਸ ਕਨਸਟੀਟਿਊਸ਼ਨ ਦੇ ਵਿੱਚ ਜਾਂ ਜੋ ਲੀਗਲ ਫਰੇਮਵਰਕ ਦੇ ਅਸੀਂ ਰਹਿ ਰਹੇ ਹਾਂ, ਜੇ ਉਸ ਨੂੰ ਵਾਇਲੇਟ ਕਰਦੇ ਹਾਂ, ਸਾਡੀਆਂ ਥਾਟਸ, ਸਾਡਾ ਬਿਹੇਵੀਅਰ, ਸਾਡੀਆਂ ਐਂਡ ਆਫ ਕੋਰਸ ਯੂਰ ਫੀਲਿੰਗਸ ਆਲਸੋ, ਬਿਕੋਜ਼ ਜੇ ਤੁਹਾਡੀਆਂ ਥਾਟਸ ਐਂਡ ਬਿਹੇਵੀਅਰ ਉਸ ਤਰ੍ਹਾਂ ਦਾ ਹੋਏਗਾ, ਤੁਹਾਡੀ ਫੀਲਿੰਗਸ ਵੀ ਡੈਫੀਨੇਟਲੀ ਉਸ ਤਰ੍ਹਾਂ ਦੀਆਂ ਹੋ ਜਾਣਗੀਆਂ ਵਿਚ ਵਿਲ ਨਾਟ ਬੀ ਗੁੱਡ ਫॉर योर ओन सेल्फ। ਸੋ ਵੀ ਹੈਵ ਟੂ ਮੇਕ ਸ਼ੋਰ ਕਿ ਅਸੀਂ ਜੋ ਵੀ ਐਕਟ ਕਰ ਰਹੇ ਹਾਂ that is within the laws and the ethos and the social culture, the larger social setup where we are living। ਡਾਕਟਰ ਸਾਹਿਬ, ਇਹ ਅਲੱਗ-ਅਲੱਗ ਮਾਨਸਿਕ ਪਰੇਸ਼ਾਨੀਆਂ ਹੁੰਦੀਆਂ ਨੇ। ਜੇ ਮੈਂ ਤੁਹਾਡਾ ਸਵਾਲ ਇਹ ਕਰਨਾ ਚਾਹੁੰਦਾ ਕਿ ਮਰਦ ਹੁੰਦੇ ਨੇ ਤੇ ਔਰਤਾਂ ਹੁੰਦੇ ਨੇ, ਕਿ ਉਹਨਾਂ ਦੇ ਵਿੱਚ ਵੀ ਵੂਮਨ ਤੇ ਮੈਨ ਦੇ ਵਿੱਚ ਡਿਫਰੈਂਟ ਹੁੰਦਾ ਕੁਝ, ਕਿ ਜਿਹੜੇ ਮਾਨਸਿਕ ਤੌਰ ਤੇ ਪਰੇਸ਼ਾਨ ਹੁੰਦੇ ਆ ਕਿ ਇਹਨਾਂ ਦਾ ਅੰਕੜਾ ਜਿਹੜਾ ਹਾਂਜੀ ਇਹਨਾਂ ਦੇ ਸੇਮ ਹੀ ਅੰਕੜਾ ਇਹ ਉਮਰ ਦੇ ਹਿਸਾਬ ਨਾਲ ਹੀ ਹੁੰਦਾ ਹੈ? ਇਹ ਦੇਖੋ ਇੰਡੀਆ ਵਿੱਚ ਜੇ ਅਸੀਂ ਪੈਟਰਨਸ ਦੇਖੀਏ ਤਾਂ ਮੈਕਸਿਮਮ ਜਿਹੜੀਆਂ ਵਿਮਨ ਦੇ ਸੁਸਾਈਡ ਹੋ ਰਹੇ ਨੇ ਵਰਲਡ ਦੇ ਵਿੱਚ ਉਹ ਇੰਡੀਆ 'ਚ ਹੀ ਹੋ ਰਹੇ ਨੇ। ਮੈਂ ਤੁਹਾਨੂੰ ਇੰਡੀਆ ਦੀ ਗੱਲ ਕਰਾਂਗੀ ਤੇ ਇੱਥੇ ਬੜਾ ਸਟ੍ਰੇਂਜ ਪੈਟਰਨ ਜੋ ਸਾਹਮਣੇ ਆਇਆ ਹੈ ਕਿ ਬਾਹਰ ਅਸੀਂ ਜੇ ਦੇਖੀਏ ਡਿਵੈਲਪਡ ਕੰਟਰੀਜ਼ ਦੇ ਵਿੱਚ ਉੱਥੇ ਜਿਹੜੀਆਂ ਨੇ ਸਿੰਗਲ ਵਿਮਨ ਨੇ, ਜਿਹੜੀਆਂ ਇਕੱਲੀਆਂ ਔਰਤਾਂ ਨੇ, ਜਿਹੜੇ ਕਿਸੇ ਰਿਲੇਸ਼ਨਸ਼ਿਪ ਵਿੱਚ ਨਹੀਂ ਨੇ, ਤੇ ਉਹਨਾਂ ਦੇ ਵਿੱਚ ਸੁਸਾਈਡ ਜ਼ਿਆਦਾ ਹੋ ਰਹੇ ਨੇ। ਬਟ ਹੈਰਾਨੀ ਦੀ ਗੱਲ ਹੈ ਕਿ ਇੰਡੀਆ ਦੇ ਵਿੱਚ ਮੈਰਿਡ ਵਿਮਨ suicide zyada ho rahe ne। So and then there are coping differences, men have different ways of coping, women have different ways of coping matlab ki tusi je tadi life ch koi stress aanda hai te tusi kis tarah onu handle karde ho te kinni tanu freedom ditti jandi hai express karan de vich। So I think women India de vich ਉਹਨਾਂ ਦਾ ਬਹੁਤ ਜ਼ਿਆਦਾ mental health problems ਹੋਰ ਵੀ ਵੱਧ ਰਹੀਆਂ ਨੇ ਜੋ ਕਿ ਟ੍ਰਾਂਸਫਰ ਹੋ ਰਹੀਆਂ ਨੇ ਇਨ ਸਮ ਬੋਡੀਲੀ ਇਸ਼ੂ, ਕਿਉਂਕਿ ਜਦੋਂ ਵੀ ਮਾਈਂਡ ਦੇ ਵਿੱਚ ਤੁਹਾਡੇ ਕਨਸਟੈਂਟ ਸਟ੍ਰੈਸ ਰਹੇਗਾ, ਸਟਰਗਲ ਰਹੇਗੀ ਜਾਂ ਤੁਸੀਂ ਕਿਸੇ ਪਰੇਸ਼ਾਨੀ ਚ ਰਹੋਗੇ, ਉਹ ਮੈਨੀਫੈਸਟ ਕਰਦੀ ਹੈ ਇਨ ਸਮ ਫਿਜ਼ੀਕਲ ਪ੍ਰੋਬਲਮ। ਤੇ ਬਹੁਤ ਸਾਰੀਆਂ ਜਿਹੜੀਆਂ ਪ੍ਰੋਬਲਮਸ ਨੇ ਰਿਲੇਟਡ ਟੂ ਡਾਇਬੀਟੀਜ਼, ਹਾਈਪਰਟੈਂਸ਼ਨ, ਚੇਂਜਸ ਇਨ ਯੋਰ ਸਲੀਪ ਪੈਟਰਨਸ, that is related to mental health issues। So we have to be very mindful of that ਕਿ ਜਿਹੜੀ ਸਾਈਕੋਲੋਜੀਕਲ ਇਸ਼ੂਜ਼ ਨੇ ਉਹ ਬਣ ਰਹੀਆਂ ਨੇ ਫਿਜ਼ੀਕਲ ਪ੍ਰੋਬਲਮਸ ਤੇ ਵਿਮਨ ਵਿੱਚ ਤੁਸੀਂ ਦੇਖ ਲਓ ਬਹੁਤ ਜ਼ਿਆਦਾ ਜਿਹੜੀਆਂ ਅੱਜ ਕੱਲ ਹੋਰ ਵੱਧ ਰਹੀਆਂ ਨੇ ਓਵਰ ਦ ਇਅਰਸ। ਜੀ ਡਾਕਟਰ ਸਾਹਿਬ, ਕਿਤੇ ਨਾ ਕਿਤੇ ਆਪਾਂ ਕਾਨੂੰਨ ਨੂੰ ਵੀ ਇੱਥੇ ਜ਼ਿੰਮੇਵਾਰ ਠਹਿਰਾ ਸਕਦੇ ਹਾਂ, ਕਿਉਂਕਿ ਦੁਬਈ ਦੇ ਵਿੱਚ ਜੇਕਰ ਕੋਈ ਇਦਾਂ ਹੈਵਾਨੀਅਤ ਕਰਦਾ, ਕੋਈ ਬਲਾਤਕਾਰ ਕਰਦਾ, ਕਿਸੇ ਨਾਲ ਜਬਰ ਜਨਾਹ ਕਰਦਾ ਤਾਂ ਉਸਨੂੰ ਉੱਥੇ ਹੀ ਚੌਂਕ ਦੇ ਵਿੱਚ ਖੜਾ ਕੇ ਮਾਰ ਦਿੱਤਾ ਜਾਂਦਾ। ਪਰ ਆਪਣੇ ਦੇਸ਼ ਦੇ ਵਿੱਚ, ਭਾਰਤ ਦੀ ਗੱਲ ਕਰਦੇ ਹਾਂ, ਭਾਰਤ ਦੇ ਵਿੱਚ ਅਜਿਹਾ ਨਹੀਂ ਹੁੰਦਾ। ਦੇਖੋ ਜੀ, ਅਸੀਂ ਸਾਈਕੋਲੋਜੀ ਦੇ ਜਿਹੜੇ ਸ਼ੁਰੂ ਦੇ ਕਲਾਸਿਸ ਲੈਂਦੇ ਆ ਨਾ, ਜਦੋਂ ਸਾਡੇ ਕੋਲ ਬੱਚੇ ਪੜ੍ਹਨ ਆਉਂਦੇ ਨੇ BA 1 ਦੇ ਵਿੱਚ ਜਾਂ +1 ਦੇ ਵਿੱਚ, ਉਹਦੇ ਵਿੱਚ ਅਸੀਂ ਗੱਲ ਕਰਦੇ ਆ ਲਰਨਿੰਗ ਦੀ ਕਿ ਅਸੀਂ ਕਿਸ ਤਰ੍ਹਾਂ ਸਿੱਖਦੇ ਆ। ਤੇ ਉਹਦੇ ਵਿੱਚ ਜਿਹੜਾ ਬਹੁਤ ਇੰਪੋਰਟੈਂਟ ਟੌਪਿਕ ਹੈ ਉਹ ਪੜ੍ਹਾਇਆ ਜਾਂਦਾ ਰੀਇਨਫੋਰਸਮੈਂਟ, ਜਾਂ ਜਿਹਨੂੰ ਅਸੀਂ ਸਿੰਪਲ ਸ਼ਬਦਾਂ 'ਚ ਕਹਿ ਦਈਏ ਕਿ ਰਿਵਾਰਡਸ ਐਂਡ ਪਨਿਸ਼ਮੈਂਟਸ। ਤੇ ਜਿਹੜਾ ਸਾਡਾ ਬਿਹੇਵੀਅਰ ਹੈ ਉਹ ਅਸੀਂ ਲਰਨ ਕਰਦੇ ਆ। ਆਲ ਬਿਹੇਵੀਅਰ ਇਜ਼ ਲਰਨਡ। ਜੋ ਤੁਸੀਂ ਇੱਥੇ ਕਰ ਰਹੇ ਹੋ, ਬੈਠੇ ਹੋ, ਮੈਂ ਬੈਠੀ ਆ, ਜਿਸ ਤਰ੍ਹਾਂ ਮੈਂ ਜੋ ਵੀ ਗੱਲਬਾਤ ਕਰ ਰਹੀ ਆ, this is all learning, it is the product of our reinforcement ਕਿ ਸਾਨੂੰ ਕਿਹੜੀਆਂ ਚੀਜ਼ਾਂ ਨੂੰ ਅਲਾਉ ਕੀਤਾ ਗਿਆ,
ਪ੍ਰਾਈਜ਼ ਦਿੱਤੇ ਗਏ, ਰੋਕਿਆ ਗਿਆ ਜਾਂ ਜੇ ਸਾਨੂੰ ਝਿੜਕਿਆ ਗਿਆ। ਸੋ ਬਹੁਤ ਹੀ ਮੇਜਰ ਰੋਲ ਪਲੇ ਕਰਦਾ ਹੈ ਰੀਇਨਫੋਰਸਮੈਂਟ। ਤੇ ਜਿੱਥੇ ਤੁਹਾਨੂੰ ਲੱਗੇ ਕਿ ਮੈਨੂੰ ਇਸ ਚੀਜ਼ ਤੇ ਮੈਨੂੰ ਨੈਗੇਟਿਵ ਰੀਇਨਫੋਰਸਮੈਂਟ ਹੈ ਜਾਂ ਪੋਜ਼ਿਟਿਵ ਹੈ, ਸੋ ਉਹਦਾ ਤੁਹਾਡਾ ਬਿਹੇਵੀਅਰ ਵੀ ਉਸ ਹਿਸਾਬ ਨਾਲ ਚੇਂਜ ਹੁੰਦਾ ਹੈ। ਤੇ ਜਿੱਥੇ ਲੱਗਦਾ ਹੈ ਕਿ ਡਾਂਟ ਪਏਗੀ ਜਾਂ ਮਾਰ ਪਏਗੀ ਜਾਂ ਕਲਾਸ ਤੋਂ ਮੈਡਮ ਬਾਹਰ ਕੱਢਣਗੇ, ਸੋ ਜਿਸ ਤਰ੍ਹਾਂ ਦੀ ਤੁਹਾਡੀ ਗਰੂਮਿੰਗ ਹੋਈ ਹੈ, ਤੁਹਾਡੇ ਡਿਸਪਲਿਨ ਹੈ, ਤੇ ਇਹ ਵੀ ਹੈ ਕਿ ਕਿਸ ਤਰ੍ਹਾਂ ਦਾ ਤੁਹਾਨੂੰ ਜਿਹੜਾ ਪਨਿਸ਼ਮੈਂਟ ਦਾ ਸੀਗਾ ਮਾਡਲ, ਉਹ ਇਸ ਤਰ੍ਹਾਂ ਦਾ ਸੀਗਾ ਕਿ ਬਹੁਤ ਲੇਟ ਪਨਿਸ਼ਮੈਂਟ ਮਿਲੀ, ਇਹ ਜਲਦੀ ਮਿਲ ਗਈ ਐਕਸ਼ਨ ਕਰਦਿਆਂ। ਜੇ ਸਪੋਜ਼ ਹੁਣੇ ਕਿਸੇ ਬੱਚੇ ਨੇ ਕਿਸੇ ਨੂੰ ਕੋਈ ਗਾਲ ਕੱਢੀ ਤੇ ਨਾਲ ਦੀ ਨਾਲ ਉਹਨੂੰ ਕਿਸੇ ਟੀਚਰ ਨੇ ਪਨਿਸ਼ ਕੀਤਾ, ਤੇ ਦੂਸਰਾ ਹੁੰਦਾ ਹੈ ਕਿ ਉਹਨੂੰ 1 ਸਾਲ ਬਾਅਦ ਪਨਿਸ਼ ਕੀਤਾ, ਉਹ ਵੀ ਉਹਦੇ ਬਿਹੇਵੀਅਰ ਤੇ ਬਹੁਤ ਅਸਰ ਪੈਂਦਾ ਹੈ। ਸੋ ਅਨਦਰ ਥਿੰਗ ਇਜ਼ ਕਿ ਉਹੀ ਚੀਜ਼ ਅਸੀਂ, ਮੈਂ ਘਰਾਂ ਦੇ ਵੀ ਐਗਜ਼ਾਮਪਲ ਦਵਾਂਗੀ, ਇੱਕੋ ਬਿਹੇਵੀਅਰ ਨੂੰ ਕਦੀ ਪੇਰੈਂਟਸ ਇਗਨੋਰ ਕਰ ਦਿੰਦੇ ਨੇ ਤੇ ਕਦੀ ਹੱਸਣ ਲੱਗ ਪੈਂਦੇ ਨੇ ਤੇ ਕਦੀ ਉਸ ਬੱਚੇ ਨੂੰ ਕੁੱਟਣ ਲੱਗ ਪੈਂਦੇ ਨੇ। ਸੋ ਵੈਰੀ ਇੰਪੋਰਟੈਂਟ ਥਿੰਗ ਇਜ਼ ਹਾਊ ਯੂ ਹੈਵ ਬੀਨ ਰੇਅਰਡ ਐਂਡ ਤੁਹਾਨੂੰ ਕਿਸ ਤਰ੍ਹਾਂ ਦੀਆਂ ਪਨਿਸ਼ਮੈਂਟਸ ਮਿਲੀਆਂ, ਕਿਸ ਤਰ੍ਹਾਂ ਦੀਆਂ ਰੀਇਨਫੋਰਸਮੈਂਟਸ ਮਿਲੀਆਂ, ਕਿਸ ਤਰ੍ਹਾਂ ਦੇ ਰਿਵਾਰਡਸ ਮਿਲੇ ਲਾਈਫ ਦੇ। ਸੋ ਆਈ ਵੁੱਡ ਟਰਾਈ ਟੂ ਅਪਲਾਈ ਦਿਸ ਪ੍ਰਿੰਸੀਪਲ in your general behavior when you grow up also. So similarly, jo sada behavior hai, that is again dependent upon the reinforcements of the larger social system. तो जिस तरह थानू लगदा है कि किस तरह दे behaviors नू सानू शाबाशी मिलेगी, प्रशंसा मिलेगी, ते किस तरह दा सानू ਇਹ violate ਕਰਾਂਗੇ ਜੇ social order ਨੂੰ, ਤੇ ਕਿਸ ਤਰ੍ਹਾਂ ਦੀ reprimands ਨੇ ਜਾਂ what is the price we have to pay for that. So if that is very clear in the society, ਤੇ immediate ਹੈ, ਤੇ ਫਿਰ ਉਹ ਬਹੁਤ ਚੀਜ਼ਾਂ ਜਿਹੜੀਆਂ negative behavior ਉਹ ਤੁਹਾਡਾ ਸਨੱਬ ਹੋ ਜਾਏਗਾ। ਜੀ ਡਾਕਟਰ ਸਾਹਿਬ, ਇਹਦੇ ਨਾਲ ਨਜਿੱਠਿਆ ਕਿਵੇਂ ਜਾਵੇ ਮਾਨਸਿਕ ਪਰੇਸ਼ਾਨੀ ਦੇ ਨਾਲ? ਇਹਦੇ ਦੇਖੋ ਮਾਨਸਿਕ ਪ੍ਰੋਬਲਮਸ ਬੜੇ ਡਿਫਰੈਂਟ ਲੈਵਲਸ ਤੇ ਹੁੰਦੀਆਂ ਨੇ। ਇੱਕ ਤਾਂ ਜਿਹੜੀਆਂ ਹੁੰਦੀਆਂ ਨੇ ਕਿ ਆਈ ਥਿੰਕ ਵੀ ਆਲ ਹੈਵ ਦ ਪਾਵਰ ਟੂ ਚੇਂਜ ਆਵਰ ਥਾਟਸ, ਬਟ ਜੇ ਥਾਟਸ ਇਸ ਤਰ੍ਹਾਂ ਦੀਆਂ ਬਹੁਤ ਜ਼ਿਆਦਾ ਹੋ ਗਈਆਂ ਨੇ ਕਿ ਦੇ ਆਰ ਇੰਟਰਫੇਅਰਿੰਗ ਇਨ ਯੋਰ ਨਾਰਮਲ ਲਾਈਫ, ਕਿ ਤੁਹਾਡੀ ਨਾਰਮਲ ਡੇ ਟੂ ਡੇ ਲਾਈਫ ਦੇ ਵਿੱਚ ਇੰਟਰਫੇਅਰ ਕਰਨ ਲੱਗ ਪਈਆਂ ਨੇ, ਜਾਂ ਤੁਸੀਂ ਆਪਣੇ ਆਪ ਲਈ ਥ੍ਰੈਟ ਬਣ ਗਏ ਹੋ ਜਾਂ ਕਿਸੇ ਲਈ ਥ੍ਰੈਟ ਬਣ ਗਏ ਹੋ, ਦੈਨ ਯੂ ਹੈਵ ਟੂ ਸੀ ਅ ਸਪੈਸ਼ਲਿਸਟ। ਸੋ ਆਈ ਥਿੰਕ ਜਿਹੜੀ ਕਈ ਵਾਰ ਤਾਂ ਸਾਨੂੰ ਹੁੰਦਾ ਹੈ ਕਿ ਲਾਈਫ 'ਚ ਅਸੀਂ ਸਟਕ ਹੋ ਜਾਂਦੇ ਕਿ ਕਈ ਵਾਰ ਲਾਈਫ ਤੇ ਇਸ ਤਰ੍ਹਾਂ ਦੇ ਮੋੜ ਤੇ ਹੁੰਦੇ ਆ ਕਿ ਵੀ ਹੈਵ ਲੋਸਟ, ਔਰ ਕੋਈ ਰਿਲੇਸ਼ਨਸ਼ਿਪ ਖਰਾਬ ਹੋ ਗਿਆ ਜਾਂ ਕੋਈ ਫਾਈਨੈਂਸ਼ੀਅਲ ਲਾਸ ਹੋਇਆ, ਕੋਈ ਫੈਮਿਲੀ 'ਚ ਡੈਥ ਹੋਈ ਆ, ਉਹਨਾਂ ਚੀਜ਼ਾਂ ਨੂੰ ਤਾਂ ਸੈਲਫ ਹੀਲਿੰਗ, ਆਈ ਥਿੰਕ ਰੀਡਿੰਗ ਗੁੱਡ ਬੁੱਕਸ ਔਰ ਇਨਰ ਰਿਫਲੈਕਸ਼ਨ, ਮੈਡੀਟੇਸ਼ਨ, ਪੋਜ਼ਿਟਿਵ ਥਿੰਕਿੰਗ, ਚੇਂਜਿੰਗ ਯੋਰ ਥਾਟਸ, ਇਹ ਸਾਰੀਆਂ ਚੀਜ਼ਾਂ, ਜਾਂ ਆਪਣੇ ਆਪ ਨੂੰ ਇੰਗੇਜ ਰੱਖਣਾ, ਬਿਜ਼ੀ ਰੱਖਣਾ, ਔਰ ਕਮਿਊਨਿਟੀ ਵਰਕ ਕਰਨਾ, ਸੋਸਾਇਟੀ ਦੇ ਵਿੱਚ ਵਿਚਰਨਾ, ਲੋਕਾਂ ਨਾਲ ਗੱਲਬਾਤ ਕਰਨੀ, ਹੈਵਿੰਗ ਗੁੱਡ ਸਪੋਰਟ ਸਿਸਟਮ ਅਰਾਊਂਡ ਯੂ, ਉਹ ਸਾਰੀਆਂ ਚੀਜ਼ਾਂ ਬੜੀਆਂ ਹੈਲਪਫੁਲ ਨੇ। ਛੋਟੀਆਂ ਟੈਕਨੀਕਸ ਹੁੰਦੀਆਂ ਨੇ, ਬਟ ਜੇ ਲੱਗਦਾ ਹੈ ਕਿ ਨਹੀਂ ਹੁਣ ਇਹ ਚੀਜ਼ਾਂ ਮੇਰੇ ਕਾਬੂ ਨਹੀਂ ਨੇ, ਕੋਈ ਮਨ 'ਚ ਬਾਰ-ਬਾਰ ਥਾਟ ਆਈ ਜਾ ਰਹੀ ਆ, ਤੁਸੀਂ ਉਸ ਤੋਂ ਛੁਟਕਾਰਾ ਨਹੀਂ ਪਾ ਰਹੇ, ਜਾਂ ਤੁਹਾਡਾ ਬਿਹੇਵੀਅਰ ਬਹੁਤ ਜ਼ਿਆਦਾ ਚੇਂਜ ਹੋ ਰਿਹਾ ਹੈ, ਜੋ ਚੀਜ਼ਾਂ ਤੁਸੀਂ ਪਹਿਲਾਂ ਇੰਜੋਏ ਕਰਦੇ ਸੀਗੇ ਹੁਣ ਉਹ ਤੁਹਾਨੂੰ ਨਹੀਂ ਚੰਗੀਆਂ ਲੱਗਦੀਆਂ, ਬਹੁਤ ਤੁਹਾਡੇ ਸਲੀਪਿੰਗ ਪੈਟਰਨਸ, ਤੁਹਾਡੇ ਈਟਿੰਗ ਪੈਟਰਨਸ ਤੇ ਫਰਕ ਪੈ ਗਿਆ ਹੈ, ਜਾਂ ਰੋਣ ਨੂੰ ਜੀ ਕਰ ਰਿਹਾ, ਜਦੋਂ ਇਸ ਤਰ੍ਹਾਂ ਦਾ ਤੁਹਾਨੂੰ ਲੱਗੇ ਕਿ ਸਾਈਨਸ ਐਂਡ ਸਿੰਪਟਮਸ ਨੇ, ਵਨ ਹੈਜ਼ ਟੂ ਗੋ ਟੂ ਈਦਰ ਅ ਸਾਈਕੋਲੋਜਿਸਟ ਔਰ ਟੂ ਅ ਸਾਈਕੈਟ੍ਰਿਸਟ। ਤੇ ਜੇ ਸਾਈਕੋਲੋਜਿਸਟ ਕੋਲ ਜਾਂਦੇ ਹੋ, ਉਹ ਸਾਨੂੰ ਜਿਸ ਤਰ੍ਹਾਂ ਡਿਫਰੈਂਟ ਥੈਰੇਪੀਜ਼ ਦੇ ਵਿੱਚ ਸਾਨੂੰ ਟ੍ਰੇਨਿੰਗ ਮਿਲੀ ਹੋਈ ਆ, ਤੇ ਉਹ ਕੋਗਨੀਟਿਵ ਬਿਹੇਵੀਅਰ ਥੈਰੇਪੀਜ਼ ਨੇ। ਬੇਸਿਕਲੀ ਸਾਈਕੋਲੋਜਿਸਟ ਦਵਾਈਆਂ ਨਹੀਂ ਦਿੰਦੇ, ਉਹਨਾਂ ਦੀਆਂ ਡਿਫਰੈਂਟ ਥੈਰੇਪੀਜ਼ ਨੇ, ਤੇ ਉਹਨਾਂ ਦੇ ਨਾਲ ਹੀ ਤੁਹਾਨੂੰ ਟ੍ਰੇਨ ਕਰਦੇ ਨੇ ਟੂ ਬੀ ਮੋਰ ਪੋਜ਼ਿਟਿਵ ਐਂਡ ਟੂ ਬੀ ਮੋਰ ਸਟਰੋਂਗ। ਤੁਸੀਂ ਆਪਣੀ ਜਿਹੜੀ ਇਨਰ ਸਟਰੈਂਥ ਹੈ ਉਹਨੂੰ ਰੀਗੇਨ ਕਰਨਾ ਹੈ, ਤੁਹਾਨੂੰ ਹੈਲਪ ਕਰਦੇ ਨੇ ਟੂ think and see clearly and to change your behavior. ਤੇ ਬਟ ਜੇ ਲੱਗਦਾ ਹੈ ਕਿ ਬਹੁਤ ਜ਼ਿਆਦਾ ਬਾਇਓਕੈਮੀਕਲ ਚੇਂਜਸ ਆ ਗਈਆਂ ਨੇ, ਕਿਉਂਕਿ ਜਦੋਂ ਅਸੀਂ ਬਹੁਤ ਕੰਟੀਨਿਊਸ ਪੀਰੀਅਡ ਆਫ ਸਟ੍ਰੈਸ ਦੇ ਵਿੱਚ ਰਹਿੰਦੇ ਆ, ਉਦੋਂ ਸਾਡੇ ਬਾਇਓਕੈਮਿਸਟਰੀ ਵੀ ਹਿਲ ਜਾਂਦੀ ਆ, ਤੇ ਉਦੋਂ ਫਿਰ ਸਾਨੂੰ ਸਾਈਕੈਟ੍ਰਿਸਟ ਕੋਲ ਹੀ ਜਾਣਾ ਪੈਂਦਾ ਹੈ, ਤੇ ਸਾਈਕੈਟ੍ਰਿਸਟ ਮੈਡੀਸਿਨਸ ਦਿੰਦੇ ਨੇ। ਸੋ ਇਹ ਆਪਣਾ ਤੁਸੀਂ, ਬਟ ਇਟਸ ਇੰਪੋਰਟੈਂਟ ਕਿ ਕਿਸੇ ਨਾਲ ਗੱਲ ਜ਼ਰੂਰ ਕਰੋ, ਚਾਹੇ ਜੇ ਤੁਹਾਨੂੰ ਲੱਗ ਰਿਹਾ ਕਿ ਤੁਹਾਡਾ ਬਿਹੇਵੀਅਰ ਚੇਂਜ ਹੋ ਰਿਹਾ ਹੈ ਜਾਂ ਮੂਡ ਬਹੁਤ ਦੇਰ ਤੋਂ ਡਿਫਰ ਹੋ ਰਿਹਾ ਹੈ, ਪਹਿਲੇ ਵਰਗੇ ਤੁਸੀਂ ਨਹੀਂ ਹੋ, ਤੇ ਇੱਕ ਡਾਕਟਰ ਕੋਲ ਜਾਣਾ ਬਹੁਤ ਜ਼ਰੂਰੀ ਹੈ। I think doctors can refer you, they can tell you, advise you ਕਿ ਤੁਹਾਨੂੰ ਪ੍ਰੋਬਲਮ ਇਹ ਸਾਈਕੋਲੋਜਿਸਟ ਲੈਵਲ ਤੇ ਸੋਲਵ ਹੋ ਜਾਏਗੀ ਕਿ ਸਾਈਕੈਟ੍ਰਿਸਟ ਲੈਵਲ ਤੇ ਜਾਣਾ ਪਏਗਾ। ਡਾਕਟਰ ਸਾਹਿਬ, ਤੁਸੀਂ ਹੁਣੀ ਕਿਹਾ ਕਿ ਜੇ ਤੁਹਾਨੂੰ ਇਦਾਂ ਦੀ ਕੋਈ ਸਮੱਸਿਆ ਲੱਗਦੀ ਹੈ, ਇਦਾਂ ਦੀ ਕੋਈ ਪਰੇਸ਼ਾਨੀ ਲੱਗਦੀ ਹੈ, ਤਾਂ ਕਿਸੇ ਦੇ ਨਾਲ ਗੱਲਬਾਤ ਕਰਨੀ ਜ਼ਰੂਰੀ ਹੈ।
ਲੱਗਦਾ ਗੱਲਬਾਤ ਕਰਨ ਦੇ ਨਾਲ ਵੀ ਮਸਲੇ ਦਾ ਹੱਲ ਹੋ ਸਕਦਾ ਹੈ? ਦੇਖੋ, ਗੱਲਬਾਤ ਕਰਨ ਨਾਲ ਇੱਕ ਲੈਵਲ ਤੱਕ ਹੋ ਸਕਦਾ ਹੈ, ਜੇ ਉੱਥੋਂ ਤੱਕ ਹੀ ਸੀਮਿਤ ਹੈ ਪ੍ਰੋਬਲਮ। ਬਟ ਜੇ ਮੈਂ ਤੁਹਾਨੂੰ ਦੱਸਿਆ ਨਾ ਕਿ ਜਿਸ ਤਰ੍ਹਾਂ ਜੇ ਬਾਇਓਕੈਮੀਕਲ ਚੇਂਜਸ ਹੀ ਆ ਗਈਆਂ ਨੇ, ਬੋਡੀ ਦੇ ਜਿਹੜੇ ਨਿਊਰੋਟ੍ਰਾਂਸਮਿਟਰਸ ਨੇ ਬ੍ਰੇਨ ਦੇ, ਉਹ ਹੀ ਡਿਸਟਰਬ ਹੋ ਗਏ ਨੇ, ਫਿਰ ਉਹਦਾ ਉਸ ਦੇ ਨਾਲ ਬਹੁਤਾ ਫਰਕ ਨਹੀਂ ਪਏਗਾ। ਬਟ ਡੈਫੀਨੇਟਲੀ ਜਿਹੜੀਆਂ ਸਾਈਕੋਲੋਜੀਕਲ ਥੈਰੇਪੀਜ਼ ਨੇ ਉਹ ਸਾਈਕੈਟ੍ਰਿਸਟ ਪੇਸ਼ੈਂਟਸ ਨੂੰ ਵੀ ਅਸੀਂ ਦਿੰਦੇ ਆ, ਜਿਹੜੇ ਸਾਈਕੈਟ੍ਰਿਕ ਹਸਪੀਟਲਸ ਦੇ ਵਿੱਚ ਜਾਂਦੇ ਨੇ, ਐਡਮਿਟ ਹੁੰਦੇ ਨੇ, ਜਾਂ ਈਵਨ ਜਿਹੜੇ ਓਪੀਡੀਜ਼ ਵਾਲੇ ਨੇ ਉਹਨਾਂ ਨੂੰ ਵੀ ਡਾਕਟਰਸ ਉਹਨਾਂ ਨੇ ਵੀ ਅਪਾਇੰਟ ਕੀਤੇ ਹੋਏ ਨੇ ਸਾਈਕੋਲੋਜਿਸਟ, ਕਿ ਤੁਹਾਨੂੰ ਸਾਈਕੋਥੈਰੇਪੀ ਵੀ ਨਾਲ ਮਿਲੇਗੀ, ਕੋਈ ਨਾ ਕੋਈ ਤੁਹਾਨੂੰ ਇੰਟਰਪਰਸਨਲ ਥੈਰੇਪੀ ਮਿਲੇਗੀ। ਬਟ ਕਈ ਪ੍ਰੋਬਲਮਸ ਐਸੀਆਂ ਨੇ ਜੋ ਸਿਰਫ ਥੈਰੇਪੀ, ਸਾਈਕੋਲੋਜੀਕਲ ਥੈਰੇਪੀਜ਼ ਦੇ ਨਾਲ ਚੇਂਜ ਨਹੀਂ ਹੋਣਗੀਆਂ। ਬਟ ਡੈਫੀਨੇਟਲੀ ਜੇ ਅਸੀਂ ਸਾਈਕੈਟ੍ਰਿਕ ਪੇਸ਼ੈਂਟ ਨੂੰ ਸਾਈਕੋਥੈਰੇਪੀ ਵੀ ਨਾਲ ਦਿੰਦੇ ਆ ਤੇ ਉਹਦੇ ਬਹੁਤ ਪੋਜ਼ਿਟਿਵ ਰਿਜ਼ਲਟਸ ਆਉਂਦੇ ਨੇ। ਦੈਨ ਇਟ ਇਜ਼ ਵੈਰੀ ਇੰਪੋਰਟੈਂਟ ਕਿ ਤੁਸੀਂ ਕਿਸ ਤਰ੍ਹਾਂ ਦੇ ਬੰਦੇ ਨਾਲ ਗੱਲਬਾਤ ਕਰ ਰਹੇ ਹੋ, ਕਿਉਂਕਿ ਕਈ ਵਾਰ ਐਸਾ ਹੁੰਦਾ ਹੈ ਕਿ ਕਈ ਲੋਕ ਤੁਹਾਨੂੰ ਲਾਈਫ ਦੇ ਵਿੱਚ ਬਹੁਤ ਅੱਛਾ ਗਾਈਡ ਨਹੀਂ ਕਰਦੇ, ਬਿਕੋਜ਼ ਸਾਡੇ ਪਰੇਸ਼ਾਨੀ ਹੋਰ ਵੀ ਵੱਧ ਸਕਦੀ ਹੈ, ਹੋਰ ਵੱਧ ਜਾਂਦੀ ਹੈ। ਸਪੋਜ਼ ਕਿਸੇ ਨੂੰ ਕੋਈ ਵਹਿਮ ਨੇ ਕਿ ਮੈਨੂੰ ਆਵਾਜ਼ਾਂ ਸੁਣਦੀਆਂ ਨੇ, ਹੁਣ ਜੇ ਉਹਦੇ ਨਾਲ ਉਸ ਤਰ੍ਹਾਂ ਦਾ ਹੀ ਕੋਈ ਉਹਦੀ ਕੰਪਨੀ ਉਹ ਜੀ ਆ ਜਿਹੜੇ ਉਹ ਸਵਾਦ ਹੀ ਲੈ ਰਹੇ ਨੇ, ਕਹਿਣਗੇ ਹਾਂ ਮੈਨੂੰ ਵੀ ਸੁਣ ਰਹੀਆਂ ਨੇ, ਜਾਂ ਫਿਰ ਕਈ ਵਾਰੀ ਕੋਈ ਉਹਨੂੰ ਕਹਿ ਦਿੰਦਾ ਕਿ ਨਸ਼ੇ ਦੇ ਤੌਰ ਲਾ ਦਿੰਦੇ ਨੇ, ਨਸ਼ੇ ਦੇ ਲਾ ਦਿੰਦੇ ਨੇ। ਹਾਂਜੀ, ਸੋ ਇਟ ਇਜ਼ ਅਬਾਊਟ ਕਿ ਤੁਹਾਨੂੰ ਗਾਈਡ ਕਰ ਰਿਹਾ ਕੋਈ ਕਿ ਮਿਸਗਾਈਡ ਕਰ ਰਿਹਾ ਹੈ। ਸੋ ਬਟ ਅਗੇਨ ਆਈ ਵੁੱਡ ਸੇ ਕਿ ਆਫ ਕੋਰਸ ਗੱਲ ਕਰਨਾ ਬਹੁਤ ਜ਼ਰੂਰੀ ਆ, ਬਟ ਇਟ ਇਜ਼ ਇੰਪੋਰਟੈਂਟ ਟੂ ਟਾਕ ਟੂ ਸਮਬਡੀ ਹੂ ਇਜ਼ ਰਿਸਪੌਂਸਿਬਲ, ਜੋ ਕਿ ਤੁਹਾਨੂੰ ਲੱਗੇ ਕਿ ਤੁਹਾਨੂੰ ਅੱਛੀ ਤੁਹਾਨੂੰ ਡਾਇਰੈਕਸ਼ਨ ਦੇ ਸਕਦਾ ਹੈ, ਜਿਸ ਤਰ੍ਹਾਂ ਤੁਹਾਡੇ ਟੀਚਰਸ ਨੇ ਜਾਂ ਤੁਹਾਡੇ ਸੀਨੀਅਰਸ ਨੇ, ਜਾਂ ਤੁਹਾਨੂੰ ਲੱਗਦਾ ਹੈ ਕਿ ਇਹ ਬੰਦਾ ਤੁਹਾਡੇ ਸਮਾਜ ਦੇ ਵਿੱਚ ਕੋਈ, ਜਿਸ ਤਰ੍ਹਾਂ WHO ਤਾਂ ਕਹਿੰਦੀ ਹੈ ਕਿ ਜੋ ਵੀ ਲੈਵਲ ਸਮਾਜ ਦੇ ਵਿੱਚ ਜਿਹੜੇ ਵੀ ਕਿਸੇ ਵੀ ਰਿਸਪੌਂਸਿਬਲ ਲੈਵਲ ਦੇ ਲੋਕ ਨੇ, ਚਾਹੇ ਉਹ ਗੁਰਦੁਆਰੇ ਦੇ ਭਾਈ ਨੇ, ਭਾਈ ਜੀ ਨੇ, ਜਾਂ ਕੋਈ ਵੀ ਜਿਹੜਾ ਵੀ ਸੁਸਾਇਟੀ ਦੇ ਵਿੱਚ ਕੋਈ ਵੀ ਲੀਡਰ ਨੇ ਕਿਸੇ ਵੀ ਏਰੀਆ ਦੇ, ਤੁਸੀਂ ਉਹਨਾਂ ਨਾਲ ਗੱਲਬਾਤ ਕਰੋ, ਤੁਹਾਨੂੰ ਗਾਈਡ ਕਰਨਗੇ। WHO ਕਹਿੰਦਾ ਕਿ ਇੰਨਾ ਟ੍ਰੀਟਮੈਂਟ ਗੈਪ ਹੈ ਵਰਲਡ ਓਵਰ, ਤੁਸੀਂ ਅਫਰੀਕਾ 'ਚ ਤੇ ਇਸ ਤੋਂ ਵੀ ਜ਼ਿਆਦਾ ਹੈ, ਤੇ ਜੇ ਸਾਨੂੰ ਲੋੜ ਹੈ ਤੇ ਸਾਨੂੰ, ਅਸੀਂ ਟ੍ਰੇਨ ਮੈਨ ਪਾਵਰ ਤੇ ਹੈ ਨਹੀਂ ਆ, ਸੋ ਹਾਊ ਡੂ ਵੀ ਫਿਲ ਦੈਟ ਟ੍ਰੀਟਮੈਂਟ ਗੈਪ। ਕਹਿੰਦੇ ਨੇ ਕਿ ਤੁਸੀਂ ਆਂਗਨਵਾੜੀ ਵਰਕਰਸ ਨੂੰ ਟ੍ਰੇਨ ਕਰੋ, ਤੁਸੀਂ ਸਕੂਲ ਟੀਚਰਸ ਨੂੰ ਟ੍ਰੇਨ ਕਰੋ, ਤੁਸੀਂ ਕਮਿਊਨਿਟੀ ਲੀਡਰਸ ਨੂੰ ਟ੍ਰੇਨ ਕਰੋ, ਈਵਨ ਰਿਲੀਜੀਅਸ ਲੀਡਰਸ ਨੂੰ ਵੀ ਛੋਟੀਆਂ ਟ੍ਰੇਨਿੰਗਸ ਦਿਓ, ਤਾਂ ਕਿ ਜੇ ਲੋਕਾਂ ਨੂੰ ਲੱਗਦਾ ਹੈ ਕੋਈ ਪ੍ਰੋਬਲਮ ਹੈ ਤੇ ਜਾ ਕੇ ਤੁਸੀਂ ਆਪਣੇ ਗੁਰਦੁਆਰੇ ਦੇ ਭਾਈ ਜੀ ਨਾਲ ਗੱਲ ਕਰ ਲਓ ਕਿ ਉਹ ਤੁਹਾਨੂੰ ਦੱਸਣਗੇ। ਤੇ ਅਸੀਂ ਵੀ ਇਹੀ ਆਉਣ ਵਾਲੇ ਟਾਈਮ 'ਚ ਗਵਰਨਮੈਂਟ ਦੀ ਇਹੀ ਹੋਣੀ ਹੈ ਅਪਰੋਚ ਕਿ ਅਸੀਂ ਲੋਕਲ ਲੈਵਲ ਦੇ ਡਿਫਰੈਂਟ ਫੀਲਡਸ ਦੇ ਲੀਡਰਸ ਨੂੰ ਆਈਡੈਂਟੀਫਾਈ ਕਰਕੇ ਉਹਨਾਂ ਨੂੰ ਟ੍ਰੇਨਿੰਗ ਦੇਣੀ ਆ, ਤਾਂ ਕਿ ਐਟਲੀਸਟ ਸਾਈਕੋਲੋਜੀਕਲ ਫਰਸਟ ਏਡ ਉਹ ਜ਼ਰੂਰ ਪ੍ਰੋਵਾਈਡ ਕਰ ਸਕਣ। ਜਿਸ ਤਰ੍ਹਾਂ ਫਿਜ਼ੀਕਲ ਫਰਸਟ ਏਡ ਹੁੰਦੀ ਹੈ ਨਾ, ਕਿ ਕਾਰ ਐਕਸੀਡੈਂਟ ਹੋ ਗਿਆ ਤੇ ਉਹਨੂੰ ਉਸ ਟਾਈਮ ਤੇ ਦੇ ਦਿੱਤੀ, ਬਿਲਕੁਲ। ਤੇ ਜਿਸ ਤਰ੍ਹਾਂ ਕੋਈ ਬੰਦਾ ਆਇਆ ਬਹੁਤ ਨਿਰਾਸ਼ਾ 'ਚ ਹੈ, ਬਹੁਤ ਦੁਖੀ ਹੈ, ਬਹੁਤ ਰੋ ਰਿਹਾ ਹੈ, ਤੇ ਉਹਨੂੰ ਉਸ ਟਾਈਮ ਤੇ ਜਿਹੜੀ ਸਾਈਕੋਲੋਜੀਕਲ ਫਰਸਟ ਏਡ ਹੈ, ਐਟਲੀਸਟ ਅਸੀਂ ਆਪਣੇ ਕਮਿਊਨਿਟੀ ਲੀਡਰਸ ਨੂੰ ਉਸ ਲੈਵਲ ਤੇ ਪ੍ਰਿਪੇਅਰ ਕਰਨਾ ਹੈ ਕਿ ਕੋਈ ਸਾਡਾ ਕੋਈ ਮੈਂਬਰ ਕਮਿਊਨਿਟੀ ਦਾ ਸੁਸਾਈਡ ਨਾ ਕਰੇ, ਕੋਈ ਇਸ ਤਰ੍ਹਾਂ ਨਾ ਹੋਏ ਕਿ ਜਾ ਕੇ ਉਹਦੀ ਡੈਡ ਬੋਡੀ ਕੱਲ ਨੂੰ ਭਾਖੜਾ 'ਚ ਮਿਲੇ ਜਾਂ ਇਧਰੋਂ ਉਧਰੋਂ ਕੁਝ ਸਾਨੂੰ ਕੋਈ ਮਾੜੀ ਖਬਰ ਆਏ। ਜੀ ਡਾਕਟਰ ਸਾਹਿਬ, ਜਾਂਦੇ ਵਿਸ਼ਵ ਮਾਨਸਿਕ ਸਿਹਤ ਦਿਹਾੜੇ ਤੇ ਸਾਡੇ ਦਰਸ਼ਕਾਂ ਨੂੰ ਕੋਈ ਸੰਦੇਸ਼? ਮੇਰਾ ਤਾਂ ਸਭ ਤੋਂ ਵੱਡਾ ਜਿਹੜਾ ਮੈਂ ਹਮੇਸ਼ਾ ਹੀ ਕਹਿੰਦੀ ਹਾਂ ਕਿ ਆਪਣੇ ਆਪ ਨੂੰ ਜਿਹੜੇ ਅੱਛੇ ਲੋਕ ਨੇ, ਤੁਹਾਡੇ ਪੋਜ਼ਿਟਿਵ ਲੋਕ ਨੇ, ਉਹਨਾਂ ਨਾਲ ਸਰਾਊਂਡ ਕਰੋ ਐਂਡ ਹੈਵ ਡੀਪ ਮੀਨਿੰਗਫੁਲ ਰਿਲੇਸ਼ਨਸ਼ਿਪਸ। ਕਦੀ ਕੁਆਂਟੀਟੀ 'ਚ ਨਾ ਜਾਓ ਕਿ ਬਹੁਤ, ਕਿਉਂਕਿ ਸਾਡੀਆਂ ਪ੍ਰੋਬਲਮਸ ਲਾਈਫ ਦੀਆਂ ਇਸ ਤਰ੍ਹਾਂ ਹੀ ਆਉਂਦੀਆਂ ਨੇ ਕਿਉਂਕਿ ਅਸੀਂ ਕੁਆਂਟੀਟੀ ਤੇ ਜਾਂਦੇ ਹਾਂ ਕਿ ਮੇਰੇ ਕੋਲ ਕਿੰਨੇ ਘਰ ਨੇ, ਜਾਂ ਮੇਰੇ ਕੋਲ ਕਿੰਨੀਆਂ ਕਾਰਾਂ ਨੇ, ਜਾਂ ਕਿੰਨਾ, ਉਹ ਨਹੀਂ ਸਾਨੂੰ ਜ਼ਰੂਰੀ। ਵੀ ਡੋਂਟ ਨੀਡ ਟੂ ਡੂ ਐਨੀ ਗ੍ਰੀਡ। ਜਦੋਂ ਗ੍ਰੀਡ ਅਸੀਂ ਲਾਈਫ 'ਚ ਲੈ ਕੇ ਆਉਂਦੇ ਹਾਂ, ਉਦੋਂ ਹੀ ਸਾਡੀਆਂ ਬਹੁਤ ਸਾਰੀਆਂ ਲਾਈਫ ਦੀਆਂ ਪ੍ਰੋਬਲਮਸ ਕੰਪਲਿਕੇਟ ਹੁੰਦੀਆਂ ਨੇ ਤੇ ਅਰਾਈਜ਼ ਵੀ ਹੁੰਦੀਆਂ ਨੇ। ਸੋ ਆਈ ਥਿੰਕ ਵਨ ਸ਼ੁਡ ਲਿਵ ਅ ਲਾਈਫ ਆਫ ਗ੍ਰੈਟੀਟਿਊਡ। ਜੋ ਸਾਨੂੰ ਮਿਲਿਆ ਹੈ ਲਾਈਫ ਦੇ ਵਿੱਚ, ਉਹਦੇ ਲਈ ਬਹੁਤ ਜ਼ਿਆਦਾ ਸਾਨੂੰ ਗ੍ਰੇਟਫੁਲ ਹੋਣਾ ਚਾਹੀਦਾ ਹੈ, ਥੈਂਕਫੁਲ ਹੋਣਾ ਚਾਹੀਦਾ ਹੈ, ਨਾਟ ਜਸਟ ਟੂ ਆਲਮਾਈਟੀ ਬਟ ਟੂ ਐਵਰੀਬਡੀ ਐਲਸ। ਕਿਉਂਕਿ ਬਹੁਤ ਅਸੀਂ ਦੇਖਦੇ ਹਾਂ ਬੱਚੇ ਵੀ ਆਪਣੇ ਪੇਰੈਂਟਸ ਨੂੰ ਕਹਿੰਦੇ ਨੇ ਤੁਸੀਂ ਸਾਡੇ ਲਈ ਕੀ ਕੀਤਾ, ਤੇ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਪ੍ਰੋਬਲਮਸ ਆਉਂਦੀਆਂ ਨੇ। ਸੋ ਆਈ ਥਿੰਕ ਜਿੰਨੇ ਵੀ ਥੋੜਾ ਬਹੁਤਾ ਤੁਹਾਡੇ ਲਈ ਜੋ ਵੀ ਕਰ ਸਕਿਆ ਹੈ, ਬੀ ਥੈਂਕਫੁਲ ਐਂਡ ਆਪਣੀਆਂ ਬਲੇਸਿੰਗਸ ਕਾਊਂਟ ਕਰੋ। ਅਸੀਂ ਬੜਿਆਂ ਨਾਲੋਂ ਬਹੁਤ ਅੱਛੇ ਹਾਂ, ਬਹੁਤ ਅੱਛੇ ਲਾਈਫ ਲੀਡ ਕਰ ਰਹੇ ਹਾਂ, ਐਂਡ ਵੀ ਸ਼ੁਡ ਬੀ ਥੈਂਕਫੁਲ ਫॉर दैट। ਸੋ ਐਟੀਟਿਊਡ ਫॉर ਗ੍ਰੈਟੀਟਿਊਡ, ਕਾਊਂਟਿੰਗ योर ब्लेसिंग्स एंड सराउंडिंग yourself with people who give you positive energy। ਸੋ ਉਹ ਚਾਹੇ ਤੁਹਾਡੇ ਟੀਚਰਸ ਨੇ, ਤੁਹਾਡੇ ਸੀਨੀਅਰਸ ਨੇ, ਤੁਹਾਡੇ ਨੇਬਰਸ ਨੇ, ਸੋ ਅੱਛੇ ਲੋਕਾਂ ਨਾਲ ਜਿਹੜੇ ਖੁਸ਼ ਰਹਿੰਦੇ ਨੇ ਉਹਨਾਂ ਨਾਲ ਗੱਲਬਾਤ ਕਰੋ ਐਂਡ ਸਪਰੈਡ ਹੈਪੀਨੈਸ ਅਰਾਊਂਡ ਯੂ, ਐਂਡ ਕਿਸੇ ਲਈ ਵੀ ਪ੍ਰੋਬਲਮ ਨਾ ਕ੍ਰੀਏਟ ਕਰੋ। ਜੀ ਡਾਕਟਰ ਸਾਹਿਬ, ਗੱਲ ਸੱਚੀ ਹੈ। ਪ੍ਰੋਗਰਾਮ ਦੇ ਵਿੱਚ ਆਪਣਾ ਕੀਮਤੀ ਸਮਾਂ ਦੇਣ ਦੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ ਜੀ। ਸੋ ਇਹ ਸੀ ਸਾਡੇ ਨਾਲ ਡਾਕਟਰ ਦਮਨਜੀਤ ਸੰਧੂ, ਮਨੋਵਿਗਿਆਨਿਕ, ਜਿਨ੍ਹਾਂ ਨੇ ਬਾਖੂਬੀ ਦੇ ਨਾਲ ਦਰਸ਼ਕਾਂ ਨੂੰ ਜਾਣਕਾਰੀ ਦਿੱਤੀ, ਦਰਸ਼ਕਾਂ ਨੂੰ ਸੰਦੇਸ਼ ਦਿੱਤਾ ਤੇ ਦਰਸ਼ਕਾਂ ਨੂੰ ਅਪੀਲ ਵੀ ਕੀਤੀ ਕਿ ਜੋ ਇਹ ਮਾਨਸਿਕ ਪਰੇਸ਼ਾਨੀ ਹੈ
ਇਸ ਮਾਨਸਿਕ ਪਰੇਸ਼ਾਨੀ ਦੇ ਕਾਰਨ ਵੀ ਦੱਸੇ ਡਾਕਟਰ ਸਾਹਿਬ ਨੇ ਤੇ ਸਹੀ ਇਲਾਜ ਬਾਰੇ ਵੀ ਤੁਹਾਨੂੰ ਜਾਗਰੂਕ ਕੀਤਾ। ਸੋ ਤੁਸੀਂ ਦੇਖਦੇ ਰਹੋ ਪ੍ਰੋਗਰਾਮ। ਮਿਲਦੇ ਹਾਂ ਅਗਲੇ ਪ੍ਰੋਗਰਾਮ ਦੇ ਵਿੱਚ ਕਿਸੇ ਹੋਰ ਮਹਿਮਾਨ ਦੇ ਨਾਲ। ਉਦੋਂ ਤੱਕ ਦਿਓ ਇਜਾਜ਼ਤ। ਧੰਨਵਾਦ।